ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਮੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪੈੜਾ ਜਾਤ ਚੰਡਾਲੀਆ ਜੇਠਾ ਸੇਠੀਆਨ। ਸ਼੍ਰੀ ਅਰਜਨ ਕੀ ਸ਼ਰਨ ਤੱਕ ਬੰਦਨ ਕੀਨ ਸਜਾਨ। ਪੈੜਾ ਜਾਤ ਚੰਡਾਲੀਆ ਜੇਠਾ ਸੇਠੀਆਨ। ਸ਼੍ਰੀ ਅਰਜਨ ਕੀ ਸ਼ਰਨ ਤੱਕ ਬੰਦਨ ਕੀਨ ਸਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨਾ ਬੰਧੂ ਭਗਤ ਵਛਲ ਦਇਆ ਮਿਹਰਾਮਤਾਂ ਕਿਰਪਾ ਦੇ ਖਜ਼ਾਨੇ। ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੇ ਸਾਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਹਾਨ ਦਇਆ ਕਿਰਪਾ ਸਦਕਾ
ਆਪਾਨਿਤਾ ਪ੍ਰਤੀ ਗਰੀਬ ਨਵਾਜ ਦੇ ਦਰਸ਼ਨ ਦੀਦਾਰ ਕਰਦਿਆਂ ਨੇਤਰਾਂ ਨੂੰ ਸਫਲ ਬਣਾਉਂਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਲੰਬੇਰੇ ਸਮੇਂ ਤੋਂ ਆਪ ਸਰਬੱਤ ਸੰਗਤਾਂ ਹਾਜ਼ਰੇ ਪਰ ਕਰਕੇ ਸ਼ਰਧਾ ਪ੍ਰੇਮ ਸਤਿਕਾਰ ਨਾਲ ਸ਼ਰਵਣ ਕਰ ਰਹੇ ਹੋ। ਜਥਾ ਪ੍ਰਸੰਗ ਆਪਾਂ ਪਿਛਲੇ ਦੀ ਬਾਣ ਵਿੱਚ ਸ਼ਰਵਣ ਕੀਤਾ ਹੈ ਕਿ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਪਾਸ ਜਿਵੇਂ ਜਿਵੇਂ ਸਿੱਖ ਉਪਦੇਸ਼ ਲੈਣ ਆਉਂਦੇ ਔਰ ਮਨ ਦੇ ਸੰਸੇ ਅਰਦਾਸ ਰੂਪ ਵਿੱਚ ਮਹਾਰਾਜ ਦੇ ਅੱਗੇ ਬੇਨਤੀ ਕਰਦੇ, ਗਰੀਬ ਨਵਾਜ ਮਹਾਰਾਜ ਉਸੇ ਤਰ੍ਹਾਂ ਅਧਿਕਾਰੀ ਜਾਣ ਕੇ ਉਪਦੇਸ਼ ਬਖਸ਼ ਰਹੇ ਹੈ। ਜਿਨ੍ਹਾਂ ਵਿੱਚ ਭਾਈ ਜੋਧਾ ਜੀ ਵਰਗੇ, ਭਾਈ ਜਾਮੂ ਜੀ ਵਰਗੇ ਟੁੱਟੇ ਜਾਤ ਦੇ ਵੀ ਸਿੱਖ ਮਹਾਰਾਜ ਪਾਸ ਪਹੁੰਚੇ ਸਨ। ਗਰੀਬ ਨਵਾਜ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਤੁਹਾਡਾ ਗੁਰਬਾਣੀ ਦਾ ਹੁਕਮ ਹੈ, ਮਨ ਇਕਾਗਰ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ। ਅਸੀਂ ਮਹਾਰਾਜ ਬਾਣੀ ਵੀ ਪੜ੍ਹਦੇ ਹਾਂ, ਅੰਮ੍ਰਿਤ ਵੇਲੇ ਦੇ ਇਸ਼ਨਾਨ ਦਰਸ਼ਨ ਪਰਸਨ ਵੀ ਕਰਦੇ ਹਾਂ, ਬਾਣੀ ਵੀ ਪੜ੍ਹੀ ਦੀ, ਪਰ ਮਹਾਰਾਜ ਬਾਣੀ ਪੜ੍ਹਦਿਆਂ ਮਨ ਨਹੀਂ ਇਕਾਗਰ ਹੁੰਦਾ। ਪਾਤਸ਼ਾਹ ਜੀ ਆਖਿਆ ਕਿ ਭਾਈ ਮਨ ਆਦਿ ਕਾਲ ਤੋਂ ਹੀ ਚੰਚਲ ਹੈ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਔਰ ਬਾਕੀ ਭਾਈ ਦਰਸ਼ਨਾਂ ਦਾ, ਗਰੀਬ ਨਵਾਜ ਸਤਿਗੁਰਾਂ ਦੀ ਸੰਗਤ ਕਰਨ ਦਾ ਔਰ ਗੁਰਬਾਣੀ ਪੜ੍ਹਨ ਦਾ ਲਾਭ ਜ਼ਰੂਰ ਹੈ, ਭਾਵੇਂ ਮਨ ਇਕਾਗਰ ਨਹੀਂ ਹੁੰਦਾ, ਪਰ ਇਹ ਵੀ ਜਾਣਨਾ ਚਾਹੀਦਾ ਹੈ ਕਿ ਮਨ ਨਾ ਵੀ ਇਕਾਗਰ ਹੋ ਰਿਹਾ, ਪਰ ਵਿਕਾਰਾਂ ਦੀ ਪਛਾਣ ਤਾਂ ਆ ਗਈ ਹੈ ਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਸ਼ੇ ਵਿਕਾਰ ਕਿਹਨੂੰ ਆਖਦੇ ਆ, ਇਹਨਾਂ ਦਾ ਰੂਪ ਕੀ ਹੈ, ਲੱਛਣ ਕੀ ਹੈ। ਜਿਵੇਂ ਦੁਸ਼ਮਣ ਦੀ ਪਰਖ ਕਰ ਲਈਏ, ਪਰਖ ਆ ਜਾਵੇ ਉਹਨੂੰ ਜਿੱਤਣਾ ਸੌਖਾ ਹੈ, ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਦੀ ਪਰਖ ਆਉਣ ਤੋਂ ਬਾਅਦ ਉਹਨਾਂ ਨੂੰ ਜਿੱਤਣਾ ਸੌਖਾ ਹੋ ਜਾਂਦਾ ਹੈ। ਦੱਬ ਕੇ ਬਾਣੀ ਪੜ੍ਹੋ, ਸਮਾਂ ਆਵੇਗਾ ਇਹ ਮਨ ਵੀ ਜਿੱਤਿਆ ਜਾਵੇਗਾ। ਜਦੋਂ ਮਨ ਜਿੱਤ ਗਿਆ ਫਿਰ ਪੁਨः ਜਨਮ ਮਰਨ ਨਹੀਂ ਤੋ ਬਹੁਰ ਨਾ ਭਵਜਲ ਫੇਰਾ, ਇਹੋ ਜਿਹੀ ਕਲਿਆਣ ਪਰਮੇਸ਼ਰ ਕਰਵਾ ਦਿੰਦੇ ਹਨ। ਉਸ ਤੋਂ ਬਾਅਦ ਮਹਾਰਾਜ ਦੇ ਪਾਸ ਭਾਈ ਮੰਝ ਜੀ, ਭਾਈ ਪੁਰਾਣਾ ਜੀ ਪਹੁੰਚੇ ਅਤੇ ਇਹਨਾਂ ਆ ਕੇ ਮਹਾਰਾਜ ਤੋਂ ਸਿੱਖੀ ਦੀ ਦਾਤ ਮੰਗੀ ਸੀ ਵੀ ਮਹਾਰਾਜ ਅਸੀਂ ਤੁਹਾਡੇ ਸਿੱਖ ਬਣਨਾ ਚਾਹੁੰਦੇ ਹਾਂ। ਪਾਤਸ਼ਾਹ ਜੀ ਆਖਿਆ ਕਿ ਭਾਈ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ, ਤੁਸੀਂ ਸਖੀ ਸਰਵਰ ਦੇ ਪੀਰ ਲਾਲਾਂ ਵਾਲੇ ਨੂੰ ਮੰਨਣ ਵਾਲੇ, ਅਤੇ ਸਿੱਖੀ ਦਾ ਪੈਂਡਾ ਔਖਾ, ਇੱਕ ਸਮੇਂ ਤਾਂ ਇੱਕ ਹੀ ਸਿੱਖੀ ਰਹਿ ਸਕਦੀ ਹੈ ਅਤੇ ਉਹਨੂੰ ਹੀ ਪੂਜੋ ਤੁਸੀਂ। ਕਹਿੰਦੇ ਨਹੀਂ ਮਹਾਰਾਜ ਤੁਹਾਡੇ ਦਰਸ਼ਨਾਂ ਦਾ ਪ੍ਰਤਾਪ ਵੇਖ ਕੇ, ਸਿੱਖਾਂ ਦੇ ਅੰਦਰ ਸਹਿਜ ਸ਼ਾਂਤੀ ਵੇਖ ਕੇ ਸਾਡਾ ਮਨ ਕਰਦਾ ਵੀ ਅਸੀਂ ਵੀ ਆਪ ਜੀ ਦੇ ਸਿੱਖ ਬਣੀਏ ਗਰੀਬ ਨਵਾਜ। ਤੋ ਪਾਤਸ਼ਾਹ ਜੀਆਂ ਫਿਰ ਆਖਿਆ ਕਿ ਉਹ ਜਿਹੜਾ ਘਰ ਵਿੱਚ ਉਹਨਾਂ ਦੇ ਕਬਰਖਾਨਾ ਬਣਾਈ ਬੈਠੇ ਉਹ ਢਾਹ ਦਿਓ ਸਾਰਾ, ਅਤੇ ਪਰਖ ਹੋ ਜਾਵੇਗੀ ਵੀ ਕਿੰਨਾ ਕੁ ਪ੍ਰੇਮ ਉੱਧਰ ਹੈ ਕਿ ਇੱਧਰ ਹੈ। ਇਸੇ ਤਰ੍ਹਾਂ ਕੀਤਾ ਅਤੇ ਮਹਾਰਾਜ ਨੇ ਫਿਰ ਸਿੱਖੀ ਬਖਸ਼ਿਸ਼ ਕੀਤੀ। ਮਨ ਦੀ ਮੈਲ ਦੀ ਨਿਵਰਤੀ ਵਾਸਤੇ ਇਹਨਾਂ ਨੂੰ ਸੇਵਾ ਦਿੱਤੀ। ਭਾਈ ਮੰਝ ਜੀ ਜੰਗਲ 'ਚੋਂ ਲੱਕੜਾਂ ਲਿਆਉਂਦੇ ਅਤੇ ਭਾਈ ਪੁਰਾਣਾ ਜੀ ਲੰਗਰ ਦੇ ਅੰਦਰ ਬੇਅੰਤ ਤਰ੍ਹਾਂ ਦੀ ਸੇਵਾ, ਕੋਈ ਚੁਰਾਂ ਵਿੱਚ ਅੱਗ ਡਾਉਣ ਦੀ, ਬਰਤਨ ਮਾਂਜਣ ਦੀ, ਲੰਗਰ ਤਿਆਰ ਪ੍ਰਸ਼ਾਦਾ ਕਰਵਾਉਣ ਦੀ ਕਰਦੇ ਰਹੇ। ਇਸ ਤਰ੍ਹਾਂ ਸੇਵਾ ਕਰਕੇ ਅਤੇ ਬਹੁਤ ਭਾਰੀ ਅਜ਼ਮਤਾਂ ਸਿੱਧੀਆਂ ਦੀ ਪ੍ਰਾਪਤੀ ਭਾਈ ਪੁਰਾਣਾ ਜੀ ਨੇ ਕੀਤੀ। ਭਾਈ ਮੰਝ ਜੀ ਨੂੰ ਬੜੇ ਵੱਡੇ ਵਰਦਾਨ ਹੋਏ।
ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਛਾਤੀ ਨਾਲ ਲਾ ਕੇ ਮਹਾਰਾਜ ਜੀਆਂ ਬੜੀ ਵਡਿਆਈ ਬਖਸ਼ੀ। ਇਸ ਤਰ੍ਹਾਂ ਮਹਾਰਾਜ ਦੇ ਪਾਸ ਸਿੱਖ ਸੰਗਤਾਂ ਆਉਂਦੀਆਂ। ਹੋਰ ਵੀ ਜਿਹੜੇ ਗੁਰਸਿੱਖ ਪਿਆਰੇ, ਭਾਈ ਹਮਜਾ ਜੀ, ਭਾਈ ਜੱਜਾ, ਭਾਈ ਬਾਲਾ ਮਰਵਾਹਾ, ਹੋਰ ਭਾਈ ਨਾਨੋ ਹੋਰੀ ਨਾਮ ਦੇ ਸਿੱਖ ਪਹੁੰਚੇ। ਆਖਿਆ ਮਹਾਰਾਜ ਸੁਣੀਦਾ ਵੇਦਾਂ ਸ਼ਾਸਤਰਾਂ ਦੁਆਰਾ ਵੀ ਕਾਂਸੀ ਤੋਂ ਆਦਿਕ ਹੋਰ ਬੜੇ ਜਿਹੜੇ ਤੀਰਥ ਹੈ, ਉਹ ਵੇਦ ਸ਼ਾਸਤਰ ਕਹਿੰਦੇ ਉਹਨਾਂ ਦਾ ਬਹੁਤ ਮਹਾਤਮ ਹੈ। ਮਹਾਰਾਜ ਤੁਸੀਂ ਗੁਰਬਾਣੀ ਦੁਆਰਾ ਅੰਮ੍ਰਿਤਸਰ ਦਾ ਸਭ ਬਹੁਤ ਮਹਾਤਮ ਦੱਸਦੇ ਹੋ, ਕਿਰਪਾ ਕਰੋ ਵੀ ਕਿੰਨਾ ਕੁ ਮਹਾਤਮ ਅੰਮ੍ਰਿਤਸਰ ਸਾਹਿਬ ਦਾ ਤੀਰਥਾਂ ਦੇ ਮੁਕਾਬਲੇ। ਪਾਤਸ਼ਾਹ ਨੇ ਨਿਰਣਾ ਕਰਕੇ ਦੱਸਿਆ ਵੀ ਕਲਯੁਗ ਦਾ ਪ੍ਰਤਾਪ ਬਹੁਤ ਹੈ। ਜਿੰਨੇ ਤੀਰਥ ਹੈ ਕਲਯੁਗ ਦਾ ਭੈ ਮੰਨਦੇ ਹੋਏ 12 ਕੁ ਲਾਗੇ ਲਾਗੇ ਅੰਮ੍ਰਿਤ ਸਰੋਵਰ ਦੇ ਰਹਿੰਦੇ ਹੈ। ਇੱਥੇ ਦਰਸ਼ਨ ਇਸ਼ਨਾਨ ਕਰ ਕਰਕੇ ਆਪਣਾ ਜਨਮ ਸਫਲਾ ਕਰਦੇ ਹੈ। ਕਿਉਂਕਿ ਸੰਸਾਰ 'ਤੇ ਕੁਝ ਜਿੰਨੇ ਤੀਰਥ ਹੈ ਪੈਗੰਬਰਾਂ ਦੇਵਤਾਂ ਦੇ ਪ੍ਰਗਟ ਕੀਤੇ ਹੋਏ, ਉਹ ਦੇਵਤਿਆਂ ਪੈਗੰਬਰਾਂ ਪ੍ਰਗਟ ਕੀਤੇ ਹੈ ਅਤੇ ਅੰਮ੍ਰਿਤਸਰ ਸਾਹਿਬ ਪਰਮੇਸ਼ਰ ਨੇ ਪ੍ਰਗਟ ਕੀਤਾ। ਜਿਸ ਪਰਮੇਸ਼ਰ ਨੇ ਉਹ ਦੇਵੀ ਦੇਵਤੇ ਪ੍ਰਗਟ ਕੀਤੇ ਹੈ। ਜਿੱਥੇ ਪਰਮੇਸ਼ਰ ਹੁੰਦਾ ਉੱਥੇ ਦੇਵੀ ਦੇਵਤੇ ਵੀ ਰਹਿੰਦੇ ਹੈ। ਅਤੇ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਪਰਮੇਸ਼ਰ ਆਪ ਗਰੀਬ ਨਵਾਜ ਹਰੀ ਜੀ ਵਾਸਾ ਕਰ ਰਹੇ ਹੈ, ਅਤੇ ਇੱਥੇ ਸਰੋਵਰ ਦਾ ਇਸ਼ਨਾਨ ਕਰਿਆ ਭਲਾ ਕਿਉਂ ਨਾ ਪਰਮਗਤ ਹੋਵੇਗੀ, ਜ਼ਰੂਰ ਹੋਵੇਗੀ। ਅਤੇ ਤੀਰਥ ਵੀ ਕਲਯੁਗ ਦਾ ਪ੍ਰਤਾਪ ਜਿਹਾ ਮੰਨ ਕੇ, ਭੈ ਮੰਨ ਕੇ ਅੰਮ੍ਰਿਤਸਰ ਸਾਹਿਬ ਦੀ ਸ਼ਰਨ ਤੱਕਦੇ ਹੈ। ਹੋਰ ਬੜੇ ਤਰ੍ਹਾਂ ਦੀ ਸ਼ੋਭਾ ਮਹਾਰਾਜ ਜੀਆਂ ਦਇਆ ਕਰਕੇ ਦੱਸੀ। ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਦੀ ਕਲਿਆਣ ਕੀਤੀ। ਚਲੋ ਹੋਰ ਜਿੰਨੇ ਵੀ ਸਾਧ ਸੰਗੀ ਸਿੱਖ ਚਾਹੇ ਫਰਕ ਪਾ ਪਾ ਕੇ ਆਉਂਦੇ ਹੈ ਮਹਾਰਾਜ ਦੇ ਪਾਸ, ਇਹਨਾਂ ਸਿੱਖਾਂ ਦੇ ਮਹਾਰਾਜ ਨੇ ਪ੍ਰਸੰਗ ਸਾਰੇ ਦੇ ਸਾਰੇ ਇਕੱਠੇ ਲਿਖ ਦਿੱਤੇ ਆ ਕਵੀ ਜੀਆਂ ਨੇ, ਕਵੀ ਸੰਤੋਖ ਸਿੰਘ ਸਾਹਿਬ ਜੀਆਂ। ਅੱਗੇ ਜਿਵੇਂ ਕੁਝ ਹੋਰ ਸਿੱਖਾਂ ਦਾ ਪ੍ਰਸੰਗ ਆਉਂਦਾ ਜੀ, ਚਿੱਤ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ, ਰਸਨਾ ਕਰੋ ਪਵਿੱਤਰ ਜੀ ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੈੜਾ ਜਾਤ ਚੰਡਾਲੀਆ। ਭਾਈ ਪੈੜਾ ਜੀ ਚੰਡਾਲੀਆ ਜਾਤ ਦੇ ਹਨ। ਜੇਠਾ ਸੇਠੀਆਨ ਤੇ ਇੱਕ ਭਾਈ ਜੇਠਾ ਜੀ ਸੇਠੀ ਜਾਤ ਦੇ ਮਹਾਰਾਜ ਪਾਸ ਪਹੁੰਚੇ ਹੈ। ਸ਼੍ਰੀ ਅਰਜਨ ਕੀ ਸ਼ਰਨ ਤੱਕ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਇਹਨਾਂ ਸ਼ਰਨ ਤੱਕੀ ਹੈ, ਆਸਰਾ ਤੱਕਿਆ ਹੈ। ਬੰਧਨ ਕੀਨ ਸਜਾਨ ਵੀ ਕੇਵਲ ਤੇ ਕੇਵਲ ਸਭ ਸੰਸਾਰ ਦੇ ਵਿੱਚ ਰੱਖਿਆ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਰੱਥ ਗੁਰੂ ਜਾਣ ਕੇ ਨਾ ਨਮਸਕਾਰ ਕੀਤੀ ਹੈ। ਚੌਪਈ ਆਪਣੀ ਅਰਦਾਸ ਬਖਾਨੀ। ਦਰਸ਼ਨ ਦੀਦਾਰ ਕਰਕੇ ਇਹਨਾਂ ਨੇ ਭਾਈ ਜੇਠਾ ਵਰਗਿਆਂ ਨੇ ਭਾਈ ਪੈੜੇ ਵਰਗਿਆਂ ਹੱਥ ਜੋੜ ਕੇ ਅਰਦਾਸ ਕੀਤੀ ਹੈ। ਰਾਵਰ ਕੀ ਬਾਨੀ ਹਮ ਮਾਨੀ। ਮਹਾਰਾਜ ਅਸੀਂ ਤੁਹਾਡੀ ਚਰਨਾਂ ਨੂੰ ਤੇ ਤੁਹਾਡੀ ਪਵਿੱਤਰ ਗੁਰਬਾਣੀ ਨੂੰ ਬਹੁਤ ਮੰਨਦੇ ਪੜ੍ਹਦੇ ਹਾਂ। ਧਰਮ ਕਿਰਤ ਤੇ ਕਰਹਿ ਕਮਾਈ। ਜਿਵੇਂ ਆਪ ਜੀ ਦੀ ਗੁਰਬਾਣੀ ਵਿੱਚ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਹੱਕ ਸੱਚ ਦੀ ਕਮਾਈ ਖਾਣ ਦੀ ਗੱਲ ਲਿਖੀ ਸਿਧਾਂਤ ਪ੍ਰਗਟ ਪ੍ਰਤੱਖ ਹੈ। ਗੁਰਬਾਣੀ ਪੜ੍ਹ ਕੇ ਸੁਣ ਕੇ ਅਸੀਂ ਮਹਾਰਾਜ ਮੰਨਦੇ ਹਾਂ, ਅਸੀਂ ਧਰਮ ਦੀ ਕਿਰਤ ਸਦਾ ਕਰਦੇ ਹਾਂ, ਕਮਾਉਂਦੇ ਹਾਂ। ਸਿੱਖਣ ਸਾਥ ਬਾਟ ਹਮ ਖਾਈ। ਤੇ ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਸ ਸਿਧਾਂਤ 'ਤੇ ਪਹਿਰਾ ਦਿੰਦਿਆਂ ਅਸੀਂ ਦਸਾਂ ਨੌਹਾਂ ਦੀ ਕਮਾਈ ਜਿਹੜੀ ਹੈ ਉਹ ਰਲ ਮਿਲ ਕਰਕੇ ਸਿੱਖਾਂ ਦੇ ਨਾਲ ਵੰਡ ਵਰਤ ਕੇ ਛਕਦੇ ਹਾਂ। ਮਿਲ ਦਿਜ ਹਮ ਸੋ ਤਰਕ ਕਰਨ ਤੇ। ਪਰ ਜਿਹੜੇ ਬ੍ਰਾਹਮਣ ਲੋਕ ਹੈ ਇਹ ਈਰਖਾ ਕਰਦੇ ਮਹਾਰਾਜ ਤੁਹਾਡੇ ਘਰ ਨਾਲ ਤੇ ਤੁਹਾਡੇ ਸਿੱਖਾਂ ਨਾਲ। ਉਹ ਮਹਾਰਾਜ ਸਾਨੂੰ ਮਿਲ ਕੇ ਜਦੋਂ ਤਰਕਾਂ ਕਰਦੇ ਹਨ, ਹੁਜਤਾਂ ਕਰਦੇ ਹੈ। ਕਹਿ ਹਿੰਸਾ ਨਿਤ ਪੰਚ ਕਰਨ ਤੇ। ਕਹਿੰਦੇ ਤੁਸੀਂ ਪਾਪੀ ਹੋ,
ਪੰਜ ਤਰ੍ਹਾਂ ਦੀ ਹਿੰਸਾ ਜਿਹੜੀ ਰੋਜ਼ ਤੁਸੀਂ ਸਿੱਖੋ ਕਰਦੇ ਹੋ। ਪੰਜ ਤਰ੍ਹਾਂ ਦਾ ਜੀਵ ਮਾਰਨ ਰੂਪ ਪਾਪ ਤੁਸੀਂ ਕਰਦੇ ਹੋ। ਉਖਲੀ ਕੂਟਣ ਪੀਸਣ ਚਾਕੀ। ਇੱਕ ਆ ਉਖਲੀ ਭਾਵ ਵੀ ਆ ਅੰਨ ਦੇ ਦਾਣੇ ਜਿਹੜੇ ਕੱਢਣੇ ਫਸਲ ਦੇ ਵਿੱਚੋਂ, ਉਦੋਂ ਕੋਈ ਜੀ ਜਿਹੜੇ ਮਰ ਜਾਂਦੇ ਆ। ਫਿਰ ਜਦੋਂ ਕੋਈ ਆ ਜਿਹੜਾ ਕੁੱਟਦੇ ਆ ਦਾਣਿਆਂ ਨੂੰ, ਜਿਹੜਾ ਉਹ ਛਾਂਟਣਾ ਕੁੱਟਣਾ ਉਹ। ਅਤੇ ਇਸੇ ਤਰ੍ਹਾਂ ਫਿਰ ਦਾਣੇ ਜਿਹੜੇ ਪੀਹਣੇ ਆ ਚੱਕੀ ਵਿੱਚ, ਉਦੋਂ ਵੀ ਬੜੇ ਜੀ ਨਾਲ ਪਿਸ ਪੁਸ ਜਾਂਦੇ ਆ, ਮਰ ਜਾਂਦੇ ਹਨ। ਬਢਨੀ ਫੇਰਨ ਲੇਪਣ ਤਾਕੀ। ਅਤੇ ਫਿਰ ਜਿਹੜਾ ਹੈ ਕੋਈ ਪੋਚਾ ਆਦਿਕ ਜਦੋਂ ਕਰਦੇ ਆ ਜਾਂ ਚੌਂਕੇ ਵਿੱਚ ਪ੍ਰਸ਼ਾਦਾ ਬਣਾਉਣ ਲੱਗਿਆਂ ਬਹੁਕਰ ਬੁਹਾਰੀ ਕਰੀਦੀ ਹੈ, ਸੂਖਸ਼ਮ ਜੀਵ ਉਦੋਂ ਵੀ ਬੜੇ ਮਰ ਜਾਂਦੇ ਹਨ। ਅਤੇ ਫਿਰ ਜਿਹੜਾ ਬਾਅਦ ਵਿੱਚ ਪੋਚਾ ਕਰਦੇ ਹਾਂ, ਇੱਕ ਹਿੰਸਾ ਉਦੋਂ ਵੀ ਹੋ ਜਾਂਦੀ ਹੈ, ਉਦੋਂ ਵੀ ਜੀਵ ਮਰ ਜਾਂਦੇ ਹਨ। ਚੁੱਲ੍ਹੇ ਮਹਿ ਪਾਵਕ ਜੋ ਜਾਰਨ। ਕਿਉਂਕਿ ਜਦੋਂ ਚੁੱਲ੍ਹਿਆਂ ਦੇ ਵਿੱਚ ਅੱਗ ਬਾਲੀ ਜਾਂਦੀ ਹੈ, ਅਰ ਜਲ ਤੇ ਹੋਵਹਿ ਅਗ ਕਾਰਨ। ਅਤੇ ਜਦੋਂ ਕੋ ਆਪਾਂ ਜਲ ਵਰਤਦੇ ਹਾਂ ਪ੍ਰਸ਼ਾਦੇ ਲੰਗਰ ਵਾਸਤੇ, ਉਹ ਅਤੇ ਇੱਕ ਅੱਗ ਬਾਲਦੇ ਹਾਂ, ਬੜੇ ਤਰ੍ਹਾਂ ਦੇ ਪਾਪ ਸੂਖਸ਼ਮ ਜੀਵ ਜਿਹੜੇ ਜਲ ਵਾਲੇ ਵੀ ਮਰ ਜਾਂਦੇ ਹੈ, ਅਤੇ ਜਿਹੜੇ ਆ ਕੋਈ ਲੱਕੜ ਲੁੱਕੜ ਵਿੱਚ ਕੀੜੇ ਮਕੌੜੇ ਉਹ ਵੀ ਮਰ ਜਾਂਦੇ ਹਨ। ਅਗਨ ਅਹੂਤ ਪੰਚ ਹਮ ਦੇਤ। ਅਤੇ ਸਿੱਖੋ ਤੁਸੀਂ ਪੰਜ ਤਰ੍ਹਾਂ ਦੇ ਪਾਪ ਤੋਂ ਮੁਕਤ ਨਹੀਂ ਹੋ। ਅਸੀਂ ਬਾਹਮਣ ਕਹਿੰਦੇ ਮੁਕਤ ਹਾਂ। ਅਸੀਂ ਤਾਂ ਮੁਕਤ ਹਾਂ ਵੀ ਅਸੀਂ ਪੰਜ ਅਹੂਤੀਆਂ ਜਿਹੜੀਆਂ ਪੰਜ ਗ੍ਰਾਹੀਆਂ ਗਰਾਸ ਜਿਹੜੇ ਜਾਂ ਪੰਜ ਜਿਹੜੇ ਟੁਕੜੇ ਆ ਕੋਈ ਪ੍ਰਸ਼ਾਦੇ ਆਦਿਕ ਦੇ, ਉਹ ਅਸੀਂ ਅਗਨੀ ਨੂੰ ਦੇਵਤਾ ਸਮਝ ਕੇ ਵਿੱਚ ਦੇ ਦਿੰਦੇ ਹਾਂ। ਦੋਸ਼ ਨਿਵਾਰਨ ਸੋ ਕਰ ਲੇਤ। ਤੇ ਆਪਦੇ ਦੋਸ਼ ਦੀ ਨਿਵਰਤੀ ਅਸੀਂ ਇਸੇ ਤਰ੍ਹਾਂ ਪੰਜ ਅਹੂਤੀਆਂ ਦੇ ਕੇ ਕਰ ਲੈਂਦੇ ਹਾਂ। ਪਿੱਛੇ ਪਾਵਨ ਭੋਜਨ ਖਾਵੈ। ਉਸ ਤੋਂ ਬਾਅਦ ਭੋਜਨ ਪਵਿੱਤਰ ਹੋ ਜਾਂਦਾ, ਪੰਜਾਂ ਪਾਪਾਂ ਤੋਂ ਰਹਿਤ ਹੋ ਜਾਂਦਾ ਹੈ, ਅਤੇ ਫਿਰ ਅਸੀਂ ਇਹ ਭੋਜਨ ਛਕ ਲੈਂਦੇ ਹਾਂ। ਤੁਮ ਨਹਿ ਕਰਹਾਂ ਪੰਚ ਅਗ ਧਰੈ। ਅਤੇ ਤੁਸੀਂ ਪੰਜ ਅਗਨ ਦੇਵਤੇ ਦੀਆਂ ਗ੍ਰਾਹੀਆਂ ਕੱਢਦੇ ਨਹੀਂ, ਜਿਸ ਕਰਕੇ ਤੁਸੀਂ ਪੰਜ ਪਾਪ ਕਰਦੇ ਹੋ ਅਤੇ ਉਹਦੀ ਨਿਵਰਤੀ ਨਹੀਂ ਹੁੰਦੀ। ਪਾਪਾਂ ਦੇ ਨਾਲ ਗ੍ਰਸਿਆ ਹੋਇਆ ਅੰਨ ਖਾਂਦੇ ਛਕਦੇ ਹੋ। ਸ਼੍ਰੀ ਅਰਜਨ ਸੁਨ ਤਿਨ ਸਮਝਾਇਓ। ਅਤੇ ਹੱਸ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਉਹਨਾਂ ਨੂੰ ਸਮਝਾਉਂਦੇ ਨਾ ਆਖਿਆ ਮਹਾਰਾਜ ਪਾਂਡੇ ਸਾਨੂੰ ਐਂ ਕਹਿੰਦੇ ਹੈ। ਗਰੀਬ ਨਵਾਜ ਫਿਰ ਸਮਝਾਉਣ ਲੱਗੇ ਹਨ। ਵਾਹਿਗੁਰੂ ਕੋ ਨਾਮ ਭਨੰਤੇ। ਮਹਾਰਾਜ ਕਹਿੰਦੇ ਜੋ ਆਹਾਰ ਤੁਮ ਸਿੱਖਣ ਖਾਇਓ, ਜਿਹੜਾ ਆਹਾਰ ਹੈ ਤੁਸੀਂ ਸਿੱਖ ਗੁਰਮੁਖ ਪਿਆਰੇ ਸਤਿਗੁਰੂ ਘਰ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਜਿਹੜਾ ਪ੍ਰਸ਼ਾਦਾ ਛਕਦੇ ਹੋ। ਵਾਹਿਗੁਰੂ ਕੋ ਨਾਮ ਭਨੰਤੇ। ਜਾਂ ਜਿਹੜੇ ਵੀ ਸਿੱਖ ਹੈ ਜਦੋਂ ਪ੍ਰਸ਼ਾਦਾ ਤਿਆਰ ਕਰਦੇ ਹੈ, ਛਕਦੇ ਛਕਾਉਂਦੇ ਹੈ, ਜਾਂ ਤਿਆਰ ਹੋਣ ਤੋਂ ਬਾਅਦ ਸਦਾ ਵਾਹਿਗੁਰੂ 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 ਦਾ ਨਾਮ ਉਚਾਰਦੇ ਰਹਿੰਦੇ ਹਨ। ਪਿੱਛੇ ਆਪ ਬੈਠ ਅਚਵੰਤੇ। ਤੇ ਪਹਿਲਾਂ ਸਭ ਨੂੰ ਛਕਾਉਂਦੇ ਹੋ ਸਿੱਖਾਂ ਨੂੰ, ਤੇ ਬਾਅਦ ਵਿੱਚ ਆਪ ਛਕਦੇ ਹੋ ਨਾਮ ਬੇਨਤੀ ਅਰਦਾਸ ਕਰਕੇ। ਇਸ ਤੇ ਪਾਵਨ ਹੋਤ ਆਹਾਰਾ। ਤੇ ਗਰੀਬ ਨਵਾਜ ਕਹਿੰਦੇ ਨਾਮ ਤੋਂ ਵੱਡੀ ਤਾਂ ਗਰਾਹੀ ਕੋਈ ਛਾਂਦਾ ਕੱਢਣਾ ਅੱਗ ਦਾ, ਨਾਮ ਤੋਂ ਵੱਡਾ ਤਾਂ ਕੋਈ ਵੀ ਨਹੀਂ ਨਾ। ਫਿਰ ਨਾਮ ਤਾਂ ਸਾਰਿਆਂ ਤੋਂ ਜਿਹੜਾ ਉਜਲ ਹੈ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਹ ਤਾਂ ਮਨ ਦੀ ਮੈਲ ਵੀ ਕੱਟਣ ਵਾਲਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਸਭ ਤੋਂ ਪਵਿੱਤਰ ਹੈ, ਅਤੇ ਨਾਮ ਜਦੋਂ ਤੁਸੀਂ ਜਪਦੇ ਹੋ ਸਾਰੇ ਕੀਤੇ ਜਿਹੜੇ ਪੰਜ ਤਰ੍ਹਾਂ ਦੇ ਪਾਪ ਉਹ ਅੰਨ ਚੋਂ ਮੁਕਤ ਹੋ ਜਾਂਦੇ ਹਨ। ਅਗਨ ਦੇਵਤਾ ਬਦਨ ਮਝਾਰਾ। ਬਾਕੀ ਮਹਾਰਾਜ ਦੱਸਦੇ ਕਹਿੰਦੇ ਭਾਈ ਪਾਂਡੇ ਜੋ ਮਰਜ਼ੀ ਮੰਨੀ ਜਾਣ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਜਿਹੜੇ ਸਿੱਖ ਹਨ ਉਹਨਾਂ ਦੇ ਮੂੰਹ ਵਿੱਚ ਅੱਗ ਦੇਵਤਾ ਵਾਸ ਕਰਦਾ ਹੈ। ਨਾਰਾਇਣ ਚੇਤਨ ਸਭ ਮਾਹੀ। ਤੇ ਜਿਹੜਾ ਨਾਰਾਇਣ ਰੂਪ ਪਰਮੇਸ਼ਰ ਹੈ ਉਹ ਤਾਂ ਸਾਰਿਆਂ ਵਿੱਚ ਇੱਕੋ ਜਿੰਨਾ ਆਤਮਾ ਰੂਪ ਹੋ ਰਿਹਾ ਹੈ। ਸੂਰਜ ਸਭ ਕੇ ਦ੍ਰਿਗ ਮਹਿ ਆਹੀ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਸਭ ਤੋਂ ਵੱਡੇ ਹੈ। ਸੂਰਜ ਇਹਨਾਂ ਦੇ ਨੇਤਰਾਂ ਵਿੱਚ, ਸੂਰਜ ਦੇਵਤਾ ਗੁਰਸਿੱਖਾਂ ਦੇ ਨੇਤਰਾਂ ਵਿੱਚ ਵਾਸਾ ਰੱਖਦਾ ਹੈ। ਬੀਚ ਨਾਸਕਾ ਅਸਵਨ ਕੁਮਾਰ। ਅਸ਼ਵਨੀ ਕੁਮਾਰ ਦੇਵਤਾ ਸਿੱਖਾਂ ਦੇ ਨਾਸਕਾ ਵਿੱਚ ਹਵਾ
ਜਿੱਥੋਂ ਲੈਨੇ ਨਾਸਕਾ ਇਸ ਵਿੱਚ ਵਾਸਾ ਰੱਖਦਾ ਹੈ। ਦਿਸ਼ਪਾਲ ਕਹੈ ਸ਼ਰਵਣ ਮਝਾਰ। ਜਿਹੜੇ ਕੋਈ ਦਿਗਪਾਲਕ ਹੈ ਇਹ ਕੰਨਾਂ ਵਿੱਚ ਦੇਵਤੇ ਰਹਿੰਦੇ ਸਿੱਖਾਂ ਦੇ, ਰਸਨਾ ਬਿਖੈ ਬਰਨ ਕੋ ਬਾਸ। ਤੇ ਸਿੱਖਾਂ ਦੀ ਰਸਨਾ ਦੇ ਵਿੱਚ ਵਰਨ ਦੇਵਤੇ ਦਾ ਵਾਸਾ ਹੈ। ਰੋਮ ਬਨਾਸਪਤੀ ਲਖ ਰਾਸ। ਤੇ ਸਾਰੇ ਜਿਹੜੇ ਰੋਮ ਹੈ ਬਨਸਪਤੀ ਜਿਹੜਾ ਦੇਵਤਾ ਵਣ ਦੇਵਤਾ ਹੈ ਉਹਦਾ ਵਾਸਾ ਸਿੱਖਾਂ ਦੇ ਰੋਮਾਂ ਵਿੱਚ ਹੈ। ਹਾਥਣ ਮਹਿ ਸੁਰਪਤ ਥਿਤ ਹੈ। ਜਿਹੜਾ ਕੋਈ ਆ ਇੰਦਰ ਦੇਵਤਾ ਹੈ ਇਹ ਸਿੱਖਾਂ ਦੇ ਹੱਥਾਂ ਵਿੱਚ ਵਾਸਾ ਰੱਖਦਾ ਹੈ। ਗੁਦਾ ਦੇਵਤਾ ਜਮ ਕੋ ਕਹੈ। ਹਾਂ ਮਲ ਦੁਆਰ ਵਿੱਚ ਜਿਹੜਾ ਹੈ ਇਹ ਦੇਵਤਾ ਯਮ ਦੇਵਤੇ ਦਾ ਵਾਸਾ ਹੈ। ਪ੍ਰਜਾਪਤੀ ਲਿੰਗ ਕੋ ਜਨ। ਤੇ ਸ਼ੇਸ਼ਇੰਦਰੇ ਵਿੱਚ ਜਿਹੜਾ ਪ੍ਰਜਾਪਤੀ ਦੇਵਤਾ ਹੈ ਉਸ ਦਾ ਵਾਸਾ ਸਿੱਖਾਂ ਅੰਦਰ। ਚਰਨਨ ਮਹਿ ਪ੍ਰਭ ਬਿਸ਼ਨ ਪਛਾਨ। ਤੇ ਜਿਹੜਾ ਵਿਸ਼ਨੂੰ ਹੈ ਉਹ ਸਿੱਖਾਂ ਦੇ ਚਰਨਾਂ ਵਿੱਚ ਰਹਿੰਦਾ ਹੈ। ਪੌਣ ਤੁਚਾ ਮਹਿ ਇਮ ਸੁਰ ਸਾਰੇ। ਪੌਣ ਦੇਵਤਾ ਤੁਚਾ ਵਿੱਚ ਹੈ। ਇਸ ਤਰ੍ਹਾਂ ਸਾਰੇ ਜਿੰਨੇ ਵੀ ਦੇਵਤੇ ਹਨ ਬਾਸ ਕਰੰਤ ਸਰੀਰ ਮਝਾਰੇ। ਸਾਰੇ ਦੇ ਸਾਰੇ ਦੇਵਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦੇ ਸਰੀਰਾਂ ਵਿੱਚ ਵਾਸਾ ਕਰਦੇ। ਵੀ ਜਿੰਨੇ ਦੇਵੀ ਦੇਵਤੇ ਹੈ ਇਹ ਬਾਣੀ ਪੜ੍ਹਨ ਵਾਲਿਆਂ ਸਿੱਖਾਂ ਦੇ ਐ ਸਰੀਰ ਵਿੱਚ ਵਾਸਾ ਕਰਦੇ ਆ। ਹਰੇਕ ਅੰਗ ਵਿੱਚ ਕੋਈ ਦੇਵਤਾ ਰਹਿੰਦਾ ਹੈ। ਵਾਹਿਗੁਰੂ ਕਹਿ ਜਬ ਮੁਖ ਪਾਵੈ। ਤੇ ਇਹੋ ਜਿਹੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਹੈ ਭਾਈ ਜਦੋਂ ਵਾਹਿਗੁਰੂ 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 ਕਰਕੇ ਮੁਖ ਵਿੱਚ ਅੰਨ ਪਾਉਂਦੇ ਹਨ ਸਰਬ ਸੁਰਨ ਕੋ ਤਬ ਤ੍ਰਿਪਤਾਵੈ। ਤੇ ਉਦੋਂ ਹੀ ਸਾਰੇ ਦੇਵਤੇ ਵੀ ਉਸੇ ਹੀ ਅੰਨ ਦੇ ਨਾਲ ਰੱਜ ਜਾਂਦੇ ਆ, ਉਹਨਾਂ ਨੂੰ ਵੀ ਰੱਜ ਆ ਜਾਂਦਾ। ਕਿਉਂਕਿ ਸਿੱਖ ਦਾ ਹਿਰਦਾ ਹੀ ਦੇਵਤਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਪ੍ਰਾਣੀਆਂ ਤੋਂ ਜਾਂ ਆਮ ਪਾਪੀਆਂ ਪਤਤਾਂ ਤੋਂ ਦੇਵਤੇ ਬਣਾਇਆ। ਭਾਈ ਇਹ ਗੱਲ ਜਾਣਨੀ ਚਾਹੀਏ। ਸਿੱਖਣ ਕੋ ਗੁਰ ਹਿਤ ਕਰ ਦੇ। ਤੇ ਜਿਹੜੇ ਗੁਰੂ ਕੇ ਸਿੱਖ ਹੈ ਉਹ ਸੱਚੇ ਪਾਤਸ਼ਾਹ ਦੇ ਨਿਮਿਤ ਵੀ ਬੜਾ ਪ੍ਰੇਮ ਕਰਕੇ ਜਾਂ ਗੁਰੂ ਕੇ ਸਿੱਖ ਹੋਰ ਸਿੱਖਾਂ ਨੂੰ ਵੀ ਪ੍ਰੇਮ ਕਰਕੇ ਪ੍ਰਸ਼ਾਦਾ ਦਿੰਦੇ ਆ, ਜਾਂ ਗੁਰੂ ਪਾਤਸ਼ਾਹ ਜੀ ਸਿੱਖਾਂ ਨੂੰ ਪ੍ਰੇਮ ਕਰਕੇ ਇਹ ਜਿਹੜਾ ਨਾਮ ਦਾ ਦਾਨ ਦਿੱਤਾ ਹੋਇਆ ਹੈ। ਪੁੰਨਿਆ ਮਹਾ ਫਲ ਸੋ ਨਰ ਲੇ। ਜਾਂ ਸਿੱਖ ਗੁਰੂ ਨੂੰ ਜਿਹੜਾ ਪ੍ਰਸ਼ਾਦਾ ਜਿਵੇਂ ਭੋਗ ਲਵਾਉਂਦੇ ਆ ਜਾਂ ਆਪਾਂ ਅਰਦਾਸ ਕਰਕੇ ਛਕਦੇ ਹਾਂ, ਮਹਾਰਾਜ ਕਹਿੰਦੇ ਇਸ ਤਰ੍ਹਾਂ ਛਕਿਆ ਪ੍ਰਸ਼ਾਦਾ ਕੋਈ ਪਾਪ ਨਹੀਂ ਸਗੋਂ ਮਹਾਨ ਪੁੰਨ ਫਲ ਹੋ ਜਾਂਦਾ ਹੈ, ਯੱਗ ਬਣ ਜਾਂਦਾ ਹੈ। ਦੂਜਿਆਂ ਨੂੰ ਛਕਾ ਕੇ ਫੇਰ ਛਕਣਾ, ਨਾਮ ਜਪਣਾ, ਪ੍ਰਸ਼ਾਦਾ ਪਕਾਉਂਦਿਆਂ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਤਾਂ ਭਾਈ ਬੜਾ ਭਾਰੀ ਫਲ ਲੈਂਦੇ ਆ ਜਿਹੜੇ ਨਾਮ ਜਪ ਕੇ ਪ੍ਰਸ਼ਾਦਾ ਛਕਦੇ ਆ, ਨਾਮ ਜਪ ਕੇ ਹੀ ਪਕਾਉਂਦੇ ਹਨ। ਕਰ ਅਰਦਾਸ ਪ੍ਰਸਾਦ ਵਰਤਾਵੈ। ਤੇ ਪ੍ਰਸ਼ਾਦ ਜਿਹੜਾ ਵੈ ਵਰਤਾਉਣਾ ਪ੍ਰਸ਼ਾਦ ਆਦਿਕ ਉਹ ਅਰਦਾਸ ਕਰਕੇ ਗੁਰੂ ਕੇ ਸਿੱਖ ਜਦੋਂ ਵਰਤਾਉਂਦੇ ਹਨ। ਤਿਨ ਤੇ ਅਘਰ ਬਿਘਨ ਨਸਾਵੈ। ਤੇ ਅਰਦਾਸ ਪਰਮੇਸ਼ਰ ਦੇ ਨਿਮਿਤ ਕਰਕੇ ਜਦੋਂ ਪ੍ਰਸ਼ਾਦਾ ਪਾਣੀ ਵਰਤਾਇਆ ਜਾਂਦਾ ਉਹ ਜਿੰਨੇ ਕੋ ਪਾਪ ਹੁੰਦੇ ਆ, 5 ਪਾਪ ਤਾਂ ਜਿਹੜੇ ਪਾਂਡੇ ਮੰਨਦੇ ਆ ਉਹ ਬਣਾਉਣ ਪੀਣ ਪੌਕਰ ਫੇਰਨ ਲੱਗੇ ਆਦਿਕ ਜਿਹੜੇ ਪਾਪ ਉਹ ਤਾਂ ਨਾਸ਼ ਹੁੰਦੇ ਹੁੰਦੇ ਆ। ਨਾਮ ਜਪਦਿਆਂ ਪ੍ਰਸ਼ਾਦਾ ਤਿਆਰ ਕੀਤਾ ਹੈ, ਅਰਦਾਸ ਕੀਤੀ ਹੈ, ਉਹ ਜਿਹੜਾ ਜਿਹੜਾ ਖਾਵੇਗਾ ਪ੍ਰਸ਼ਾਦਾ ਅੰਮ੍ਰਿਤ ਹੈ। ਜੋ ਜੋ ਵੀ ਪਾਈ ਛਕੇਗਾ ਉਸੇ ਉਸੇ ਦੀ ਕਲਿਆਣ ਹੋਵੇਗੀ। ਉਹੀ ਉਹੀ ਜਿਹੜਾ ਪ੍ਰਾਣੀ ਨਾਮ ਬਾਣੀ ਜਪੇਗਾ ਜਾਂ ਨਾਮ ਦਾ ਵਾਸਾ ਹੋਵੇਗਾ। ਨਾਮ ਬਾਣੀ ਪੜ੍ਹ ਕੇ ਪਕਾਇਆ ਹੋਇਆ ਪ੍ਰਸ਼ਾਦਾ ਰਿੰਨਿਆ ਹੋਇਆ ਅੰਨ ਜਿਹੜਾ ਜਿਸ ਪਾਪੀ ਦੇ ਵੀ ਅੰਦਰ ਜਾਵੇਗਾ ਉਹਦਾ ਵੀ ਹਿਰਦਾ ਸ਼ੁੱਧ ਹੋਵੇਗਾ, ਪਾਪ ਨਸ ਜਾਣਗੇ। ਇੱਕ ਦਿਨ ਇੱਥੇ ਬਜ਼ੁਰਗ ਦੱਸਦੇ ਸੀ ਨਾ, ਉਹ ਕਹਿੰਦੇ ਕਿ ਕੋਈ ਮਾਈ ਜਾਂ ਕੋਈ ਸਿਦਕ ਵਾਲੀ ਬੀਬੀ ਪ੍ਰਸ਼ਾਦਾ ਚਾਹੇ ਕੋਈ ਵੀ ਗੁਰਮੁਖ ਹੈ ਲਾਂਗਰੀ ਲੰਗਰ ਰਿੰਨਣ ਵਾਲਾ ਪ੍ਰਸ਼ਾਦਾ ਪਾਣੀ ਤਿਆਰ ਕਰੇ, ਨਾਮ ਜਪੀ ਜਾਵੇ ਤੇ ਪ੍ਰਸ਼ਾਦਾ ਸਾਰਾ ਨਾ ਕਦੇ ਨੰਗਾ ਕਰੇ, ਢੱਕ ਕੇ ਰੱਖੇ, ਜਿੰਨੀ ਕੁ ਲੋੜ ਹੋ ਇਸ ਤਰ੍ਹਾਂ ਕੱਢ ਲਵੇ ਤੇ ਅਰਦਾਸ ਬੇਨਤਾ ਕਰਨ ਤੋਂ ਬਾਅਦ ਵਰਤਾਇਆ ਜਾਵੇ। ਤੇ ਉਹ ਕਹਿੰਦੇ ਵੀ ਜੇ 8 ਪਹਿਰ ਤੱਕ ਵੀ ਜੇ ਭੁੱਖ ਲੱਗ ਜਾਵੇ ਦੁਬਾਰਾ ਤੇ ਕਹਿੰਦੇ ਜੋ ਡੰਨ ਲਓ ਮੈਂ ਦੇਣ ਨੂੰ ਤਿਆਰ ਹਾਂ। ਵੀ ਉਹ ਗੱਲ ਬਚਨ ਸੱਚਾ ਵੀ ਉਹ ਥੋੜ੍ਹੇ ਖਾਧੇ ਵਿੱਚ ਵੀ ਬਰਕਤ ਹੈ। ਤੇ ਜਿਹੜਾ ਉਹ ਸਿੱਧਾ ਹੀ ਸਾਧ ਸੰਗ ਜੀ ਨਾ ਉਹ ਪਕਾਉਣ ਵਾਲੇ ਜਿਹੜੇ ਕੋਈ ਮਾਈ ਹੈ
ਪਰਿਵਾਰ ਹੈ ਜਾਂ ਕੋਈ ਹੋਰ ਵੀ ਹੈ, ਉਹ ਨਾ ਤਾਂ ਪਕਾਉਣ ਇਹਨਾਂ ਨੂੰ ਲੱਗਿਆ ਨਾਮ ਜਪਣਾ, ਉਦੋਂ ਵੀ ਉਹੋ ਜਿਹੀਆਂ ਗੱਲਾਂ ਵਿਸ਼ਈ ਕਰੀ ਜਾਣੀਆਂ। ਉਹ ਅੰਨ ਜਿਹੜਾ ਹੁੰਦਾ ਹੈ ਇਹ ਪ੍ਰਭਾਵ ਕਬੂਲ ਲੈਂਦਾ, ਜਿਹੋ ਜਿਹਾ ਕੋਲ ਬੋਲਦਾ ਰਹਿੰਦਾ। ਅਤੇ ਪ੍ਰਭਾਵ ਕਬੂਲਣ ਦੇ ਨਾਲ ਸਾਧ ਸੰਗਤ ਜੀ ਫਿਰ ਜਿਹੋ ਜਿਹਾ ਉਹ ਅੰਨ ਕੋਈ ਖਾਂਦਾ, ਫਿਰ ਜੈਸਾ ਅੰਨ ਤੈਸਾ ਮਨ, ਪਿੱਛੇ ਵੀ ਪ੍ਰਸੰਗ ਆਇਆ ਸੀ, ਉਹੋ ਜਿਹਾ ਹਿਸਾਬ ਕਿਤਾਬ ਹੋ ਜਾਂਦਾ। ਉਹੋ ਜਿਹਾ ਫਿਰ ਉਹ ਨਾ ਸਿਦਕ ਆਉਂਦਾ ਉਸ ਅੰਨ ਦੇ ਨਾਲ, ਸਾਰਾ ਦਿਨ ਹੀ ਜੀਅ ਕਰਦਾ ਕੁਝ ਹੋਰ ਖਾ ਲਈਏ, ਪੇਟ ਵੀ ਨਹੀਂ ਭਰਦਾ, ਨਾ ਨਾਮ ਬਾਣੀ ਵਿੱਚ ਜੁੜਿਆ ਜਾਂਦਾ। ਤੋ ਪਾਤਸ਼ਾਹ ਜੀ ਇਸ ਕਰਕੇ ਅਣਚਾਰੀ ਕਾ ਧਾਨ ਵਰਜਿਤ ਕੀਤਾ ਹੋਇਆ, ਵੀ ਬੇਮਰਿਆਦਾ ਜਿਹੜਾ ਮਨੁੱਖ ਹੈ, ਨਗੋਰਾ ਹੈ, ਨਾਮ ਬਾਣੀ ਤੋਂ ਰਹਿਤ ਹੈ, ਉਹਦਾ ਅੰਨ ਨਹੀਂ ਖਾਣਾ ਭਾਈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਇੱਥੇ ਦੱਸ ਰਹੇ ਵਿਘਨ ਨਾਸ਼ ਹੁੰਦੇ ਆ। ਅਤੇ ਇੱਕ ਸਾਧ ਸੰਗਤ ਜੀ ਅੰਨ ਜਿਹੜਾ ਛਕਣ ਵਾਲਾ ਉਹ ਨਾ ਸ਼ੁਕਰਾਨਾ ਹੋਵੇ। ਇੱਥੇ ਇੱਕ ਵਾਰੀ ਬਾਬਾ ਦਇਆ ਸਿੰਘ ਉਦੋਂ ਸਰੀਰ ਕਰਕੇ ਸਨਗੇ ਸੁਰ ਸਿੰਘ ਵਾਲੇ ਮਹਾਂਪੁਰਖ, ਉਹਨਾਂ ਨੇ ਇਸ ਤਰ੍ਹਾਂ ਉਹ ਕੋਈ ਬੋਰਾ ਛੋਲਿਆਂ ਦਾ ਦੇ ਗਿਆ, ਉਹ ਵਰਤਾਈ ਜਾਣ ਅਤੇ ਇਸ ਤਰ੍ਹਾਂ ਕੋਈ ਆਇਆ ਅਤੇ ਬੁੱਕ ਕਰਕੇ ਅੱਗੇ ਬਹਿ ਗਿਆ, ਉਹਨਾਂ ਛੋਲਿਆਂ ਦਾ ਭਰਿਆ ਹੱਥ ਅਤੇ ਉਸ ਸਿੱਖ ਸਿੰਘ ਨੂੰ ਫੜਾ ਦਿੱਤਾ। ਅਤੇ ਦੂਜੀ ਸੰਗਤ ਤਾਂ ਜੇ ਬੈਠੀ ਸੀ, ਨਾ ਛਕਿਆ ਕਿਸੇ ਨੇ, ਅਤੇ ਉਹ ਉੱਠਿਆ ਉੱਥੋਂ ਸੰਗਤ 'ਚੋਂ ਅਤੇ ਜਿਵੇਂ ਬਾਂਦਰ ਚੱਬਦਾ ਮਾਰ ਮਾਰ ਫੱਕੇ ਛੋਲੇ ਜੇ ਖਾਣ ਲੱਗ ਪਿਆ। ਉਹਨਾਂ ਆਵਾਜ਼ ਮਾਰ ਲਈ, ਕਹਿੰਦੇ ਉਹ ਗੱਲ ਸੁਣ, ਕਹਿੰਦੇ ਵੀ ਵੇਖ ਵੀ ਹੁਣ ਸਿੱਧਾ ਤਾਂ ਕਿਹਾ ਹੋਣਾ ਉਹਨੂੰ ਵੀ ਤੇਰੇ ਵਾਸਤੇ ਮਾੜੀ ਗੱਲ ਹੈ, ਅਤੇ ਸਾਧੂ ਦੀ ਵਿਧੀ ਹੁੰਦੀ ਸਮਝਾਉਣ ਦੀ। ਕਹਿੰਦੇ ਵੀ ਛੋਲੇ ਇਹਨਾਂ ਦੀ ਖੇਤੀ ਕੀਤੀ ਛੋਲਿਆਂ ਦੀ ਕਦੇ? ਕਹਿੰਦਾ ਜੀ ਹਾਂ ਪਤਾ ਹੈ। ਕਹਿੰਦੇ ਕਿਵੇਂ? ਕਹਿੰਦੇ ਜੀ ਸਖਤ ਬੀਜ ਹੁੰਦਾ, ਭਿਉਂ ਦਈਦਾ, ਬੀਜ ਦਈਦਾ, ਫਿਰ ਕੋਈ 7 8 10 15 ਦਿਨ ਬਾਅਦ ਉੱਗਦਾ ਹੈ। ਫਿਰ ਜੀ ਕਹਿੰਦੇ ਜੀ ਬਸ ਖੁਸ਼ਕੀ ਦੇ ਵਿੱਚ ਹੀ ਇਹ ਫਸਲ ਹੁੰਦੀ ਹੈ। ਉਹਨੂੰ ਇਉਂ ਸੀ ਵੀ ਸ਼ਾਇਦ ਵੀ ਜਾਣਕਾਰੀ ਲੈਂਦੇ ਪਏ ਕੋਈ। ਕਹਿੰਦੇ ਜੀ ਖੁਸ਼ਕ ਫਸਲ ਹੈ ਮਹਾਰਾਜ, ਖੁਸ਼ਕੀ ਨਾਲ ਹੀ ਪੱਕਦੀ ਹੈ, ਚਲੋ 2 4 5 6 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਫਿਰ ਵੱਢ ਲਈਦੀ ਹੈ, ਵੱਢ ਕੇ ਇਹਨੂੰ ਸੁਕਾਈ ਦਾ ਹੈ, ਫਿਰ ਛਟਿਆ ਜਾਂ ਜਿਵੇਂ ਆ ਕੋਈ ਮਸ਼ੀਨਾਂ ਵਿੱਚ ਕੱਢੇ ਜਾਂਦੇ ਹੈ। ਅਤੇ ਇਸ ਤਰ੍ਹਾਂ ਕਹਿੰਦੇ ਜਿਹੜੇ ਆ ਭੁੰਨੇ ਛੋਲੇ ਇਹ ਕਿਵੇਂ ਬਣਦੇ? ਕਹਿੰਦੇ ਜੀ ਮੁੜ ਕੇ ਭੱਠੀ ਵਿੱਚ ਭੁੰਨੇ ਜਾਂਦੇ ਆ ਰੇਤੇ 'ਤੇ। ਫਿਰ ਕਹਿਣ ਲੱਗੇ ਵੀ ਨਾ ਸ਼ੁਕਰਿਆ, ਵੀ ਵੇਖ ਵੀ 6 ਮਹੀਨੇ ਇਹ ਜਿਹੜੀ ਆ ਰਿਜ਼ਕ ਤੇਰੇ ਹੱਥ ਵਿੱਚ ਹੈ, ਇਹਨਾਂ ਛੋਲਿਆਂ ਨੂੰ 6 ਮਹੀਨੇ ਲੱਗੇ ਹੈ ਤੇਰੇ ਮੂੰਹ ਤੱਕ ਆਉਣ ਵਾਸਤੇ, ਵੀ ਇਹ ਤੇਰੇ ਪੇਟ ਦੀ ਭੁੱਖ ਮਿਟਾਉਣਗੇ। ਇਹਨਾਂ ਕਿੰਨੀ ਘਾਲਣਾ ਘਾਲੀ ਹੈ, ਕਿੰਨੀ ਘਾਲਣਾ ਘਾਲੀ, ਵੀ 6 ਮਹੀਨੇ ਇਹਨਾਂ ਆਪਦੇ ਆਪ ਨੂੰ ਤਪਾਇਆ ਵੀ ਕਿਸੇ ਮਨੁੱਖ ਦੇ ਪੇਟ ਦੀ ਅੱਗ ਮਿਟ ਸਕੇ। ਅਤੇ ਖਾਣ ਲੱਗਿਆਂ ਤੇਥੋਂ ਇੱਕ ਵਾਰੀ ਵਾਹਿਗੁਰੂ ਨਾ ਨਿਕਲਿਆ। ਅਤੇ ਅਸੀਂ ਅੰਨ ਜਿਹੜਾ ਖਾਂਦੇ ਸਾਧ ਸੰਗਤ ਜੀ ਵੇਖੀਏ ਤਾਂ ਕਿੱਡੀ ਘਾਲਣਾ 'ਚੋਂ ਲੰਘਦਾ ਵੀ ਪਰਮੇਸ਼ਰ ਨੇ ਇਹ, ਕਿਉਂਕਿ ਜੋ ਵੀ ਜੇਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਈ, ਇਹ ਕਿਸੇ ਨਾ ਕਿਸੇ ਕਰਮ ਦੇ ਨਾਲ ਸਾਧ ਸੰਗਤ ਜੀ ਸਾਰੀ ਬਨਸਪਤੀ ਵੀ ਇੱਕ ਜੂਨੀ ਹੈ। ਅਤੇ ਇਹ ਵੇਖੋ ਵੀ ਮਨੁੱਖ ਦੇ ਪੇਟ ਦੀ ਅੱਗ ਬੁਝਾਉਣ ਵਾਸਤੇ, ਭੁੱਖ ਮਾਰਨ ਵਾਸਤੇ 6 ਮਹੀਨੇ ਫਸਲਾਂ, ਆ ਜਿਹੜਾ ਅੰਨ ਕਣਕ ਹੈ, ਕੀ ਕੁਝ ਕਿੰਨੇ ਦੁੱਖ ਸਹਿੰਦਾ ਹੈ, ਮੀਂਹ ਬਾਰਿਸ਼ਾਂ ਠੰਡ ਕਿੰਨਾ ਕੁਝ ਸਹਿੰਦਾ। ਕਾਹਦੇ ਵਾਸਤੇ? ਆ ਹੁਣ ਦਾਣੇ ਪੱਕਣਗੇ, ਆ ਵਿੱਚੋਂ ਮਸ਼ੀਨਾਂ ਦੇ ਲੰਘਣਗੇ, ਕਿਵੇਂ ਇਹਨਾਂ ਦੇ ਸਿਰ ਕੁੱਟੇ ਜਾਂਦੇ ਦਾਣਿਆਂ ਦੇ, ਕਾਹਦੇ ਵਾਸਤੇ ਇੰਨੀ ਇੱਕ ਕਸ਼ਟ ਸਹਿ ਰਹੀ ਹੈ ਫਸਲ? ਸਿਰਫ ਸਾਧ ਸੰਗਤ ਜੀ ਸਾਡੇ ਪੇਟ ਦੀ ਭੁੱਖ ਮਿਟਾਉਣ ਵਾਸਤੇ, ਵੀ ਸਾਡੇ ਪ੍ਰਾਣ ਬਚੇ ਰਹਿਣ, ਸਾਡੇ ਪੇਟ ਦੇ ਅੰਦਰੋਂ ਜਿਹੜੀ ਭੁੱਖ ਮਿਟ ਜਾਵੇ, ਸਾਡਾ ਭੁੱਖ ਦਾ ਦੁੱਖ ਦੂਰ ਕਰਨ ਵਾਸਤੇ ਐਡਾ ਘਾਲਣਾ ਘਾਲੀ ਜਾ ਰਹੀ ਨਾ ਇਹਨਾਂ ਵੱਲੋਂ। ਅਤੇ ਅਸੀਂ ਕਿੱਡੇ ਨਾ ਸ਼ੁਕਰੇ ਹਾਂ ਵੀ ਅਸੀਂ ਇੱਕ ਵਾਰੀ ਐਂ ਨਹੀਂ ਕਹਿ ਸਕਦੇ ਵੀ ਸੱਚੇ ਪਾਤਸ਼ਾਹ ਵੀ ਧੰਨ ਹੈ ਮਹਾਰਾਜ ਵੀ ਤੂੰ ਸਾਨੂੰ ਪੈਦਾ ਕੀਤਾ ਅਤੇ ਨਾਲ ਰਿਜ਼ਕ ਦਾ ਵੀ ਪ੍ਰਬੰਧ ਕਰਕੇ ਘੱਲਿਆ, ਵੀ ਇੰਨੀ ਮਹਾਰਾਜ ਘਾਲਣਾ ਘਾਲ ਕੇ ਵੀ ਆ ਕਿੱਡਾ ਵਧੀਆ ਨਿਯਮ ਬਣਾਇਆ, ਕੋਈ ਕਿੱਡਾ ਇਹੋ ਜਿਹੀ ਮਰਿਆਦਾ ਕਾਇਮ ਕੀਤੀ ਵੀ ਫਸਲਾਂ ਬੀਜੀਆਂ ਜਾਂਦੀਆਂ, ਧਰਤੀ ਚੁੱਗਣ ਸ਼ਕਤੀ ਹੈ, ਸੂਰਜ ਚੰਦ ਰਲ ਕੇ ਪਾਲ ਦਿੰਦੇ ਹੈ, ਪਾਣੀ ਬਾਰਿਸ਼ ਦੇ ਦਿੰਦਾ, ਤੋ ਇਸ ਤਰ੍ਹਾਂ ਪੱਕ ਜਾਂਦਾ ਮਹਾਰਾਜ, ਪੱਕ ਕੇ ਸਾਡੇ ਪੇਟ 'ਚ ਪਈ ਜਾਂਦਾ। ਵੀ ਕਿੱਡੀ ਮਹਾਰਾਜ ਤੇਰੀ ਦਇਆ ਮੌਜ ਬਣਾਈ ਆ ਨਾ। ਅਤੇ ਪਰ ਉਹ ਨਾ ਸ਼ੁਕਰੇ ਇਹੋ ਜਿਹੇ ਆ ਵੀ ਨਾ ਉਹ ਰਿੰਨਣ ਲੱਗਿਆਂ ਕੋਈ ਕਿਸੇ ਨੇ ਨਾਮ ਬਾਣੀ ਪੜ੍ਹਨਾ, ਅਤੇ ਨਾ ਕਿਸੇ ਨੇ ਛਕਣ ਲੱਗਿਆਂ ਕਿਤੇ ਪਰਮੇਸ਼ਰ ਦਾ ਸ਼ੁਕਰ ਕਰਨਾ ਹੈ। ਤੋ ਇਸ ਤਰ੍ਹਾਂ ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਕੋਈ ਪ੍ਰਸ਼ਾਦਾ ਪਾਣੀ ਨਾਮ ਜਪ ਕੇ ਤਿਆਰ ਕਰੇ
ਤਿਆਰ ਕਰਨ ਤੋਂ ਬਾਅਦ ਅਰਦਾਸ ਕਰੇ। ਅਰਦਾਸ ਕਰਕੇ ਜਦੋਂ ਵਰਤਾਵੇ, ਜਿਹੜਾ ਵੀ ਉਹ ਅੰਨ ਛਕੇਗਾ, ਤਿੰਨ ਤੇ ਅਗ ਅਰ ਬਿਘਨ ਨਸਾਵੈ, ਉਹ ਮਨੁੱਖ ਵਾਸਤੇ ਅੰਮ੍ਰਿਤ ਹੈ। ਉਹ ਪ੍ਰਸ਼ਾਦਾ ਪਾਪ ਦਾ ਕਾਰਨ ਨਹੀਂ ਬਣਦਾ, ਸਗੋਂ ਪ੍ਰਾਣੀ ਉਹਦੇ ਨਾਲ ਆਪਦੇ ਸਾਰੇ ਕੀਤੇ ਪਾਪ ਕੱਟ ਲੈਂਦਾ ਹੈ। ਪ੍ਰਭ ਸਭ ਸੁਰ ਕੋ ਮੂਲ ਮਹਾਨਾ। ਤੇ ਸਾਰੇ ਜਿਹੜੇ ਵੈ ਪ੍ਰਭ ਉਹ ਪ੍ਰਭੂ ਪਰਮੇਸ਼ਰ ਸਾਰਿਆਂ ਦੇਵਤਿਆਂ ਦਾ ਮੂਲ ਪਛਾਣ ਲਓ। ਤੇ ਜਦੋਂ ਲੰਗਰ ਵਿੱਚ ਸਾਧ ਸੰਗਤ ਜੀ ਪ੍ਰਸ਼ਾਦੋਂ ਨਿਯਮ ਤੈਅ ਹੁੰਦੇ ਆ ਵੀ ਇੱਕ ਤਾਂ ਜਿੱਥੇ ਲੰਗਰ ਪੱਕਦਾ ਉੱਥੇ ਛਕੇ ਨਾ ਕੋਈ, ਜਿੱਥੇ ਲੰਗਰ ਬਣਦਾ ਨਾ ਉੱਥੇ ਗੁਰੂ ਘਰਾਂ 'ਚ ਤਾਂ ਖਾਸ ਕਰਕੇ ਚਲ ਘਰਾਂ 'ਚ ਵੀ ਛਕੀ ਜਾਂਦੇ ਚਾਹੀਦਾ, ਘਰ ਵਿੱਚ ਵੀ ਨਹੀਂ। ਜਿੱਥੇ ਲੰਗਰ ਹੁੰਦਾ ਨਾ ਬਣਦਾ ਉੱਥੇ ਕੁਝ ਛਕਣਾ ਨਹੀਂ ਚਾਹੀਦਾ, ਇੱਕ ਜੋੜਾ ਨਹੀਂ ਜਾਣਾ ਚਾਹੀਦਾ, ਕਿਉਂਕਿ ਹੱਥ ਪੈਰ ਤਾਂ ਮਾਂਜੇ ਜਾਂਦੇ ਆ। ਆਪਾਂ ਮਲ ਮੂਤ ਦੀ ਕਿਰਿਆ ਕਰਦੇ ਹੋ, ਜੋੜੇ ਤਾਂ ਉੱਥੇ ਹੀ ਲਈ ਫਿਰਦੇ, ਉਹੀ ਜੋੜੇ ਆ ਕੇ ਚੌਂਕੇ ਦੇ ਵਿੱਚ ਤੁਹਾਡੇ ਚਕਲਿਆਂ ਵੇਲਣਿਆਂ ਨੂੰ ਲੱਗਦੇ ਫਿਰਦੇ, ਉਹਨਾਂ 'ਤੇ ਪ੍ਰਸ਼ਾਦੇ ਪੱਕੀ ਜਾਂਦੇ ਆ। ਉਹ ਇਸ ਤਰ੍ਹਾਂ ਚਲੋ ਸਾਡੇ ਆਪ ਸਾਰਿਆਂ ਦੇ ਘਰਾਂ 'ਚ ਹੀ ਹਾਲ ਹੈ, ਪਰ ਉਹ ਸਮਝ ਨਹੀਂ ਨਾ ਹੈ ਇਸ ਗੱਲ ਦੀ। ਇੱਥੇ ਜੋਗੇ ਵਾਲੇ ਮਹਾਂਪੁਰਖਾਂ ਬਾਬਾ ਬਲਦੇਵ ਸਿੰਘ ਜੀ ਉੱਥੇ ਮਾਈਆਂ ਸੇਵਾ ਕਰਨ ਆਉਂਦੀਆਂ, ਉੱਥੇ ਪੜਾਅ ਡੇਰੇ 'ਤੇ ਉੱਥੇ ਰਹਿ ਕੇ ਸੁਭਾਅ ਬਣ ਜਾਂਦਾ, ਕਿਉਂਕਿ ਜਿਹੋ ਜਿਹੀ ਰਹਿਣੀ ਬਹਿਣੀ ਹੋਵੇ ਸਾਧ ਸੰਗਤ ਜੀ, ਸੰਗਤ ਦਾ ਰੰਗ ਲੱਗਦਾ ਹੈ। ਅਤੇ ਉੱਥੇ ਮਹਾਂਪੁਰਖਾਂ ਦਾ ਪਹਿਰਾ ਬਹੁਤ ਕਰੜਾ, ਵੀ ਸੁੱਚਮ ਬਹੁਤ ਵਰਤਦੇ ਹੈ। ਅਤੇ ਉਹ ਮਾਈਆਂ ਉੱਥੇ ਸੇਵਾ ਕਰਨ ਆਉਣ ਕਰਕੇ ਸੁਭਾਅ ਬਣ ਗਏ। ਉਹ ਸਾਰਾ ਪਿੰਡ ਹੀ ਨਾ, ਸ਼ਾਮ ਨੂੰ ਅਸੀਂ ਗਜਾ ਕਰਨ ਜਾਣਾ ਕਰਨਾ, ਉੱਥੇ ਦੁੱਧ ਦੀ ਇਕੱਲੀ ਗਜਾ ਹੁੰਦੀ, ਅਤੇ ਉਹ ਮਾਈਆਂ ਨੇ ਪ੍ਰਸ਼ਾਦੇ ਪਕਾਉਣੇ ਜੋੜੇ ਸਾਰੇ। ਉੱਥੇ ਕੋਈ ਚੌਂਕੇ 'ਚ ਜੋੜਾ ਨਹੀਂ ਲੈ ਕੇ ਜਾਂਦਾ ਜੋਗੇ ਵਾਲੇ ਨਗਰ 'ਚ, ਉਹ ਸੋਝੀ ਆ ਗਈ ਨਾ, ਉਹ ਉਸੇ ਤਰ੍ਹਾਂ ਰਹਿ ਕੇ ਅਤੇ ਜੋੜੇ ਬਾਹਰ ਲਾ ਜਾਣੇ ਆ। ਅਤੇ ਜਿੱਥੇ ਰੋਟੀ ਪ੍ਰਸ਼ਾਦਾ ਪਕਾਉਣਾ ਹੈ ਉਹ ਚਕਲੇ ਵੇਲਣੇ ਜਿਹੜੇ ਉਹਦੇ ਥੱਲੇ ਵਿਛਾਈ ਪਹਿਲਾਂ ਕਰਨੀ ਹੈ ਚੌਂਕੇ 'ਚ, ਜਿਵੇਂ ਗੱਟੇ ਰੱਖੇ ਹੋਏ ਮਾਈਆਂ ਨੇ, ਖੁੱਲ੍ਹੇ ਪੱਲੜ ਜਾਂ ਪੱਲੀਆਂ ਸਿਵਾਈਆਂ, ਚੌਂਕਾ ਜਿੱਡਾ ਕੁ ਹੈ ਉਹਦੇ ਥੱਲੇ ਚਕਲੇ ਵੇਲਿਆਂ ਦੇ ਉਹ ਗੱਟੇ ਵਿਛਾ ਲੈਣੇ ਆ, ਅਤੇ ਪੈਰ ਗੱਟੇ ਦੇ ਥੱਲੜਲੇ ਪਾਸੇ ਰੱਖਣੇ। ਅਤੇ ਇਸ ਤਰ੍ਹਾਂ ਵੀ ਉਹਨਾਂ ਮਰਿਆਦਾ ਬਹਾਲ ਕੀਤੀ ਹੋਈ। ਉਹ ਪਿੰਡ ਸਾਰਾ ਹੀ ਹੈ ਵੇਖ ਕੇ ਉਹ ਮਹਾਂਪੁਰਖਾਂ ਦੇ ਪੜਾਅ ਡੇਰੇ ਸਿੰਘਾਂ ਵੱਲ। ਅਤੇ ਫਿਰ ਲੰਗਰ ਨਹੀਂ ਛਕਣ ਦਿੰਦੇ ਉਹ ਮਾਈਆਂ ਉੱਥੇ, ਵੀ ਚੌਂਕੇ ਦੇ ਵਿੱਚ ਨਾ ਕਿਸੇ ਨੂੰ ਛਕਣ ਨਹੀਂ ਦਿੰਦੇ, ਬਾਹਰ ਬਿਠਾਲ ਕੇ ਛਕਦੇ। ਅਤੇ ਰਸੋਈ ਵਿੱਚ ਉੱਧਰ ਜੋੜਾ ਨਹੀਂ ਲੈ ਕੇ ਉਸ ਪਿੰਡ ਵਿੱਚ ਕੋਈ ਵੀ ਜਾਂਦਾ, ਕਈਆਂ ਪਿੰਡਾਂ ਵਿੱਚ ਇਸ ਤਰ੍ਹਾਂ ਹੈ। ਅਤੇ ਲੰਗਰ ਜਿਹੜੇ ਗੁਰੂ ਘਰ ਦੇ ਉੱਥੇ ਤਾਂ ਵਿਸ਼ੇਸ਼ ਕਰਕੇ ਜਿੱਥੇ ਲੰਗਰ ਪੱਕਦਾ ਉੱਥੇ ਜੋੜਾ ਨਹੀਂ ਲਿਜਾਣਾ ਚਾਹੀਏ। ਜਿੱਥੇ ਲੰਗਰ ਪੱਕਦਾ ਉੱਥੇ ਛਕਣਾ ਨਹੀਂ ਕਦੇ ਕੁਛ, ਉੱਥੋਂ ਬਾਹਰ ਆ ਕੇ ਛਕ ਲਓ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦਇਆ ਕਰਦੇ ਹੈ ਕਿ ਭਾਈ ਇਸ ਤਰ੍ਹਾਂ ਉਹ ਇਹੋ ਜਿਹਾ ਜਿਹੜਾ ਅੰਨ ਹੈ ਬਰਕਤ ਵਾਲਾ ਹੈ, ਛਕਿਆ ਛਕਾਇਆ ਸਗੋਂ ਪਾਪਾਂ ਦਾ ਨਾਸ਼ ਕਰਦਾ ਹੈ। ਅਤੇ ਜਿਹੜਾ ਪ੍ਰਭੂ ਪਰਮੇਸ਼ਰ ਹੈ ਉਹ ਸਾਰਿਆਂ ਦੇਵਤਿਆਂ ਦਾ ਮੂਲ ਹੈ, ਮੁੱਢ ਹੈ, ਜੜ ਹੈ। ਤਿਸ ਤੇ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ। ਜਦੋਂ ਪ੍ਰਭੂ ਦਾ ਨਾਮ ਜਿਹੜੇ ਅੰਨ 'ਤੇ ਜਪਿਆ ਜਾਵੇ ਉਹ ਅੰਨ ਵੀ ਪ੍ਰਭੂ ਦਾ ਨਾਮ ਹੀ ਬਣ ਜਾਂਦਾ, ਜਿਸ ਕਰਕੇ ਛਕਣ ਦੇ ਨਾਲੇ ਮਨੁੱਖ ਦੀ ਤ੍ਰਿਪਤੀ ਹੁੰਦੀ ਹੈ। ਅਤੇ ਜਦੋਂ ਪ੍ਰਭੂ ਰੱਜ ਜਾਂਦਾ ਹੈ ਅਤੇ ਸਾਰੇ ਦੇਵਤੇ ਜਿਹੜੇ ਹੈ ਉਹਨਾਂ ਨੂੰ ਵੀ ਤ੍ਰਿਪਤੀ ਆ ਜਾਂਦੀ ਹੈ। ਜਥਾ ਮੂਲ ਤਰ ਸਿੰਚਨ ਕਰੇ। ਪਰਮੇਸ਼ਰ ਮੁੱਢ ਹੈ ਅਤੇ ਦੇਵੀ ਦੇਵਤੇ ਪੱਤੇ ਆ ਸਾਰੇ। ਜਿਵੇਂ ਇੱਕ ਰੁੱਖ ਦੇ ਮੁੱਢ ਨੂੰ ਜੇ ਕੋਈ ਪਾਣੀ ਪਾਉਂਦਾ ਹੈ, ਪੱਤਰ ਪੁਸ਼ਪ ਸ਼ਾਖਾ ਹੋਏ ਹਰੇ, ਤੇ ਸਾਰੇ ਰੁੱਖ ਨੂੰ ਤਾਂ ਨਹੀਂ ਨਾ ਪਾਣੀ ਪਾਉਣ ਦੀ ਲੋੜ ਪੈਂਦੀ, ਮੁੱਢ 'ਚ ਪਾਈ ਜਾਓ ਪਾਣੀ ਤੇ ਸਾਰੇ ਹੀ ਪੱਤੇ ਹਰੇ ਹੋ ਜਾਂਦੇ ਆ, ਫਲ ਲੱਗ ਆਉਂਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਇਕੱਲਾ ਪਰਮੇਸ਼ਰ ਹੈ, ਉਹਦਾ ਨਾਮ ਜਪੀ ਜਾਓ। ਇਹ ਪਾਪ ਜਾਂ ਜੇ ਕੋਈ ਦੇਵੀ ਦੇਵਤੇ ਇਹ ਬੜੀ ਮਸਾਣੀ ਜਾਂ ਦੂਜੇ ਤੀਜੇ ਇਹਨਾਂ ਨੂੰ ਰਜਾਉਣ ਦੀ ਲੋੜ ਨਹੀਂ ਹੈ। ਇਕੱਲੇ ਪਰਮੇਸ਼ਰ ਦਾ ਨਾਮ ਜਪੀ ਜਾਓ। ਇਹ ਤਾਂ ਸਾਰੇ ਟਾਹਣੀਆਂ ਤੇ ਪੱਤੇ ਹੈ। ਜਦੋਂ ਪਰਮੇਸ਼ਰ ਦਾ ਨਾਮ ਜਪੋਗੇ, ਜਿੱਥੇ ਪਰਮੇਸ਼ਰ ਖੁਸ਼ ਹੈ ਉੱਥੇ ਸਾਰੇ ਹੀ ਖੁਸ਼ ਹੋ ਜਾਂਦੇ ਹਨ। ਸੁਣ ਸਿੱਖਣ ਨਿਸਚੈ ਔਰ ਪਾਇਓ। ਸੁਣ ਕੇ ਸਿੱਖਾਂ ਨੇ ਹਿਰਦੇ ਵਿੱਚ ਬੜਾ ਨਿਸ਼ਚਾ ਭਰੋਸਾ ਪ੍ਰਾਪਤ ਕੀਤਾ ਹੈ। ਸਤਿਗੁਰ ਆਗੇ ਸੀਸ ਝੁਕਾਇਓ। ਤੇ ਪਾਤਸ਼ਾਹ ਮਹਾਰਾਜ ਦੇ ਅੱਗੇ ਸੀਸ ਝੁਕਾ ਦਿੱਤਾ, ਮੱਥਾ ਟੇਕਿਆ ਹੈ। ਗੁਰ ਦਿੱਤਾ ਸਿੱਖ ਲਟਕਣ ਕੂਰਾ। ਇੱਕ ਭਾਈ ਗੁਰ ਦਿੱਤਾ ਜੀ, ਭਾਈ ਲਟਕਣ ਘੂਰਾ ਜਾਤੀ ਦਾ ਹੈ। ਫੁਤੋ ਸਰਾਫ ਕਟਾਰਾ ਰੂਰਾ। ਇੱਕ ਭਾਈ ਕਟਾਰਾ ਜੀ, ਤੇ ਇਹ ਸਰਾਫ ਜਿਹੜੇ ਸੁਨਾਰੇ ਹੁੰਦੇ ਆ। ਭਾਈ ਕਟਾਰਾ ਜੀ ਸੁਨਿਆਰਾ ਬਰਾਦਰੀ ਜਾਤ ਦਾ ਹੈ। ਮਿਲ ਭਗਵਾਨਾ ਚਾਰਹ ਆਏ। ਤੇ ਇੱਕ ਭਾਈ ਭਗਵਾਨਾ ਜੀ
ਮਿਲ ਕੇ ਚਾਰੇ ਸਿੱਖ ਮਹਾਰਾਜ ਪਾਸ ਅੰਮ੍ਰਿਤਸਰ ਪਹੁੰਚੇ ਐ। ਸ਼੍ਰੀ ਅਰਜਨ ਪਗ ਸੀਸ ਝੁਕਾਏ, ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ ਸਿਰ ਝੁਕਾਇਆ ਵੈ। ਬੂਝਿਓ ਨਾਮ ਜਪਹਿ ਹਮ ਕੌਣ, ਪਾਤਸ਼ਾਹ ਮਹਾਰਾਜ ਦੱਸੋ ਵੀ ਅਸੀਂ ਕਿਹੜਾ ਨਾਮ ਜਪਣਾ ਕਰੀਏ ਜੀ। ਜਿਸ ਤੇ ਪ੍ਰਾਪਤ ਹੋਏ ਸੁਖ ਪਾਉਣ। ਕਿਉਂਕਿ ਪਰਮੇਸ਼ਰ ਦੇ ਬੜੇ ਨਾਮ ਹੈ, ਕਿਹੜਾ ਨਾਮ ਜਪੀਏ ਜਿਹਦੇ ਨਾਲ ਸਾਨੂੰ ਸੁੱਖਾਂ ਦਾ ਭਾਉਣ ਘਰ ਉਹ ਕੀ ਪਰਮੇਸ਼ਰ ਪ੍ਰਾਪਤ ਹੋ ਜਾਵੇ ਜੀ। ਸ਼੍ਰੀ ਮੁਖ ਕਹਿਓ ਨਾਮ ਪ੍ਰਭ ਸਾਰੇ, ਪਾਤਸ਼ਾਹ ਜੀ ਸ਼੍ਰੀ ਕੰਠ ਤੋਂ ਬੋਲੇ, ਕਹਿੰਦੇ ਭਾਈ ਜਿਹੜਾ ਪ੍ਰਭੂ ਦਾ ਨਾਮ ਹੈ ਭਉ ਜਲ ਪਾਰ ਉਤਾਰਨ ਹਾਰੇ। ਉਹ ਜੋ ਮਰਜੀ ਜਪੋ ਭਾਈ, ਪ੍ਰਭੂ ਪਰਮੇਸ਼ਰ ਦਾ ਨਾਮ ਤਾਂ ਇਸ ਸੰਸਾਰ ਤੋਂ ਪਾਰ ਉਧਾਰਨ ਵਾਲਾ ਹੈ। ਕੋਈ ਅੱਲਾ ਕਹੇ, ਕੋਈ ਰਾਮ ਕਹੇ। ਸ਼੍ਰੀ ਨਾਨਕ ਨਿਜ ਸਿੱਖਣ ਹੇਤ, ਪਰ ਫਿਰ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਜਗਤ ਗੁਰੂ ਹੋਏ ਐ। ਪਾਤਸ਼ਾਹ ਜੀਆਂ ਨੇ ਸਿੱਖਾਂ ਦੀ ਕਲਿਆਣ ਵਾਸਤੇ, ਭਲੇ ਵਾਸਤੇ ਵਾਹਿਗੁਰੂ ਸਿਰਜਿਓ ਨਿਤ ਚੇਤ। ਵਾਹਿਗੁਰੂ ਨਾਮ ਜਿਹੜਾ ਵਾ ਉਹਦੀ ਸਿਰਜਣਾ ਕੀਤੀ, ਬਣਾਉਣਾ ਕੀਤਾ ਤਾਂ ਕਿ ਸਿੱਖ ਸਿਮਰਨ ਕਰਕੇ ਵਾਹਿਗੁਰੂ ਨਾਮ ਦਾ ਇਹਨਾਂ ਦੀ ਕਲਿਆਣ ਹੋ ਜਾਵੇ। ਹੁਣ ਵਾਹਿਗੁਰੂ ਨਾਮ ਕਿਉਂ ਜਪਣਾ ਹੈ? ਇਸ ਨਾਮ ਤਾਂ ਪਰਮੇਸ਼ਰ ਦੇ ਬਹੁਤ ਹੈ, ਪਰ ਵਾਹਿਗੁਰੂ ਨਾਮ ਵਿਸ਼ੇਸ਼ ਕਿਉਂ ਹੈ? ਪਾਤਸ਼ਾਹ ਦੱਸਦੇ ਆ। ਚਤੁਰ ਬਯੂਹ ਜਿਮ ਪ੍ਰਭ ਕੇ ਰੂਪ, ਮਹਾਰਾਜ ਕਹਿੰਦੇ ਜਿਵੇਂ ਚਾਰ ਜਿਹੜੇ ਪ੍ਰਭੂ ਪਰਮੇਸ਼ਰ ਦੇ ਜਾਂ ਵਿਸ਼ਨੂੰ ਦੇ ਚਾਰ ਰੂਪ ਇਹਨਾਂ ਟੀਕਾਕਾਰਾਂ ਨੇ ਮੰਨੇ ਹਨ। ਤਿਮ ਇਹ ਚਾਰਾਂ ਵਰਣ ਅਨੂਪ, ਵੀ ਜਿਵੇਂ ਸਰੀਰ ਪੁਰਖ ਹੈ, ਛੰਦ ਪੁਰਖ, ਦੇਵ ਪੁਰਖ, ਮਹਾਂਪੁਰਖ, ਤੋ ਇਹ ਚਾਰ ਸਰੂਪ ਜਿਹੜੇ ਵਿਸ਼ਨੂੰ ਦੇ ਮੰਨੇ ਆ। ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਜਿਵੇਂ ਵਿਸ਼ਨੂੰ ਦੇ ਚਾਰ ਰੂਪ ਮੰਨੇ ਹੋਇਆ ਵਾਹਿਗੁਰੂ, ਇਸੇ ਤਰ੍ਹਾਂ ਹੀ ਚਾਰ ਰੂਪ ਹੈ ਪਰਮੇਸ਼ਰ ਦੇ ਵਾਹਿਗੁਰੂ। ਜਥਾ ਚਮੂ ਕੇ ਚਾਰਾਂ ਅੰਗ, ਕਹਿੰਦੇ ਐਡੇ ਬਲ ਵਾਲਾ ਹੈ ਵਾਹਿਗੁਰੂ ਨਾਮ। ਜਿਵੇਂ ਫੌਜ ਦੇ ਚਾਰ ਅੰਗ ਹੁੰਦੇ, ਵੀ ਇੱਕ ਹਾਥੀਆਂ ਵਾਲੀ ਫੌਜ ਹੁੰਦੀ ਹੈ, ਇੱਕ ਘੋੜਿਆਂ ਵਾਲੀ, ਤੀਜੀ ਰਥਾਂ ਵਾਲੀ ਤੇ ਚੌਥੀ ਫੌਜ ਪੈਦਲ ਫੌਜ। ਜਿਵੇਂ ਚਾਰ ਤਰ੍ਹਾਂ ਦੀ ਫੌਜ ਹੁੰਦੀ ਹੈ। ਹਿਮ ਇਹ ਵਰਣ ਸ਼ਤਰ ਅਘ ਭੰਗ, ਤੇ ਫਿਰ ਉਹ ਦੁਸ਼ਮਣ ਨਾਲ ਲੜਦੀ ਜਦੋਂ ਚਾਰ ਤਰ੍ਹਾਂ ਦੀ ਫੌਜ ਤੇ ਦੁਸ਼ਮਣ ਨੂੰ ਜਿੱਤ ਲੈਂਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਜਿਹੜੇ ਵਿਸ਼ੇ ਵਕਾਰ ਇਹ ਸਾਡੇ ਦੁਸ਼ਮਣ ਹੈ, ਵਾਹਿਗੁਰੂ ਨਾਮ ਜਿਹੜਾ ਇਹ ਚਾਰ ਤਰ੍ਹਾਂ ਦੀ ਫੌਜ ਹੈ ਤੇ ਦੁਸ਼ਮਣ ਅੱਗ ਪਾਪਾਂ ਰੂਪੀ ਦੁਸ਼ਮਣ ਨੂੰ ਨਾਸ਼ ਕਰ ਦਿੰਦਾ। ਵਾਹਿਗੁਰੂ ਨਾਮ ਜਪੋ, ਮਾਨੋ ਚਾਰ ਤਰ੍ਹਾਂ ਦੀ ਫੌਜ ਤੁਹਾਡੇ ਨਾਲ ਹੈ। ਚਾਰਾਂ ਬੇਦਨ ਕੋ ਮਥ ਸਾਰ, ਤੇ ਵਾਹਿਗੁਰੂ ਨਾਮ ਦੇ ਚਾਰ ਅੱਖਰ ਚਾਰਾਂ ਬੇਦਾਂ ਦੇ ਵਿੱਚ ਜਿਹੜਾ ਸਾਰ ਕਹੀਏ ਸੱਚ ਹੈ। ਉਹ ਕੀ ਸਾਧ ਸੰਗਤ ਜੀ? ਨਾਮ 1 ਲੱਖ ਸੁਰਤੀ ਵਿੱਚੋਂ ਵੇਦਾਂ ਵਿੱਚ ਸਾਧ ਸੰਗਤ ਜੀ ਕੇਵਲ 4000 ਜਿਹੜਾ ਨਾ ਉਹ ਸੁਰਤੀ ਪਰਮੇਸ਼ਰ ਦੇ ਨਾਮ ਦੀ ਹੈ। ਤੋ ਗਰੀਬ ਨਵਾਜ ਕਹਿੰਦੇ ਜਿਹੜੇ 4004 ਵੇਦਾਂ ਦੇ ਵਿੱਚ ਸੁਰਤੀ ਭਾਵ ਜਿਹੜਾ ਸ੍ਰੇਸ਼ਟ ਪਰ ਵੇਦਾਂ ਵਿੱਚ ਨਾਮ ਹੈ, ਇਹ ਚਾਰੇ ਅੱਖਰ ਨਾਮ ਪਰਮੇਸ਼ਰ ਅਕਾਲ ਪੁਰਖ ਦੇ ਬਾਬਤ ਹਨ। ਮਾਨੋ ਚਾਰੇ ਵੇਦਾਂ ਦਾ ਹੀ ਸਾਰਾ ਸਿਧਾਂਤ ਨਿਚੋੜ ਹੈ। ਸੁੰਦਰ ਵਰਣ ਰਚੇ ਗੁਰ ਚਾਰ, ਵੀ ਇਕੱਲੇ ਵਾਹਿਗੁਰੂ ਨਾਮ ਵਿੱਚ ਚਾਰ ਵੇਦਾਂ ਜਿੰਨਾ ਫਲ ਹੈ, ਚਾਰ ਵੇਦਾਂ ਦਾ ਨਿਚੋੜ ਹੈ ਭਾਈ ਤਤ ਹੈ। ਸੁੰਦਰ ਵਰਨ ਰਚੇ ਗੁਰ ਚਾਰ, ਗੁਰੂ ਨਾਨਕ ਪਾਤਸ਼ਾਹ ਦੀਆਂ ਚਾਰ ਵਰਨ ਕਹੀਏ ਅੱਖਰ ਵਾਹਿਗੁਰੂ ਇਹ ਰਚਨਾ ਕੀਤੇ ਹੈ ਸਿੱਖਾਂ ਦੀ ਕਲਿਆਣ ਲਈ। ਚਾਹੋਂ ਦਿਸ਼ ਤੇ ਦਿੜ ਮਨਹੁ ਜਹਾਜ, ਮਾਨੋ ਚਾਰ ਚਫੇਰੇ ਤੋਂ ਐਨ ਚੰਗਾ ਪੱਕਾ ਸਖਤ ਬਣਿਆ ਹੋਇਆ ਕੋਈ ਜਹਾਜ਼ ਹੋਵੇ, ਇਸ ਤਰ੍ਹਾਂ ਇਹ ਚਾਰੇ ਅੱਖਰ ਹਨ। ਕਲ ਮਹਿ ਸਿੱਖ ਉਬਾਰਨ ਕਾਜ, ਤੇ ਜਿਵੇਂ ਚੰਗਾ ਤਗੜਾ ਜਹਾਜ਼ ਸੁਨਾਮੀ ਛੱਲਾਂ ਨੂੰ ਲੰਘਦਾ ਹੋਇਆ ਸਮੁੰਦਰ ਦੇ ਪਾਰ ਲਾ ਦਿੰਦਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਜਿਹੜਾ ਵੀ ਇਸ ਵਾਹਿਗੁਰੂ ਨਾਮ ਦੇ ਜਹਾਜ਼ ਤੇ ਚੜ੍ਹ ਜਾਂਦਾ ਹੈ, ਕਲਯੁਗ ਦੇ ਸਮੇਂ ਅੰਦਰ ਸੰਸਾਰ ਰੂਪੀ ਸਮੁੰਦਰ ਤੋਂ ਸਿੱਖਾਂ ਨੂੰ ਤਾਰ ਦਿੰਦਾ ਹੈ, ਇਹ ਉਧਾਰ ਹੋ ਜਾਂਦਾ ਹੈ। ਜਪ ਹੈ ਨਿਰੰਤਰ ਮਹਿਮਾ ਜਾਨ, ਇਸ ਕਰਕੇ ਜਿਨ੍ਹਾਂ ਵਾਹਿਗੁਰੂ ਨਾਮ ਦੀ ਮਹਿਮਾ ਨੂੰ ਪਛਾਣਿਆ ਉਹ ਤਾਂ ਇੱਕ ਰਸ ਵਾਹਿਗੁਰੂ 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 ਜਪਦੇ ਆ। ਤਿਨ ਕੋ ਕਰਤਬ ਰਹਿਓ ਨ ਆਨ, ਤੇ ਜਿਨ੍ਹਾਂ ਨੇ ਨਾਮ ਜਪ ਲਿਆ ਉਹਨਾਂ ਦੇ ਕਰਨ ਜੋਗਾ ਹੋਰ ਕੋਈ ਕੰਮ ਨਹੀਂ ਰਹਿ ਜਾਂਦਾ। ਹਾਥੀ ਦੀ ਪੈੜ ਵਿੱਚ ਸਭ ਪੈੜਾਂ ਆ ਜਾਂਦੀਆਂ, ਸਭ ਉਹਨਾਂ ਨੂੰ ਵਰਤ ਸੰਜਮ ਕੁਝ ਵੀ ਰੱਖਣ ਦੀ ਲੋੜ ਨਹੀਂ।
ਵਾਹਿਗੁਰੂ ਨਾਮ ਵਿੱਚ ਸਾਰਾ ਕੁਝ ਆ ਜਾਂਦਾ ਹੈ। ਵਾਹਿਗੁਰੂ ਜਿਨ ਹਿਰਦੈ ਵਸਾਇਓ। ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਚਾਰ ਪਦਾਰਥ ਕਰ ਤਲ ਪਾਇਓ। ਉਹਨਾਂ ਨੇ ਚਾਰੇ ਪਦਾਰਥ ਕਰ ਹੱਥ ਦੀ ਤਲੀ ਤੇ ਪਾ ਲਏ। ਭਾਵ ਉਹਨਾਂ ਦੇ ਹੱਥ ਵਿੱਚ ਚਾਰੇ ਪਦਾਰਥ ਆ ਗਏ ਹਨ। ਕਹੈ ਕਹਾਂ ਲਗ ਇਹੋ ਮਹਾਤਮ। ਬਾਕੀ ਭਾਈ ਕੀ ਮਹਾਤਮ ਕਰੀਏ, ਵਾਹਿਗੁਰੂ ਨਾਮ ਦੀ ਕਿੰਨੀ ਕੁ ਸੋਭਾ ਗਾਈਏ ਭਾਈ, ਬੇਅੰਤ ਮਹਾਤਮ ਹੈ। ਸਿਮਰਤ ਪ੍ਰਾਪਤ ਗਿਆਨ ਸੁ ਆਤਮ। ਕਿਉਂਕਿ ਵਾਹਿਗੁਰੂ ਨਾਮ ਸਿਮਰਨ ਕਰਨ ਦੇ ਨਾਲ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੁਨ ਮਹਿਮਾ ਸਿਖ ਸਿਮਰਨ ਲਾਗੇ। ਵਾਹਿਗੁਰੂ ਨਾਮ ਦੀ ਮਹਿਮਾ ਹਜ਼ੂਰ ਨੇ ਦੱਸੀ। ਇਹ ਸੁਣ ਕੇ ਤੇ ਭਾਈ ਭਗਵਾਨਾਂ ਜੀ ਵਰਗੇ ਸਿਮਰਨ ਵਾਹਿਗੁਰੂ ਵਾਹਿਗੁਰੂ ਵਿੱਚ ਲੱਗ ਗਏ ਆ। ਸਤਿਗੁਰ ਮਿਲੇ ਭਾਗ ਜਿਨ ਜਾਗੇ। ਤੋ ਕਵੀ ਜੀ ਕਹਿੰਦੇ ਸੱਚੇ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਦੇ ਕਿਤੇ ਪਿਛਲੇ ਭਾਗ ਜਾਗੇ ਹਨ। ਧੌਣ ਮੁਰਾਰੀ ਰਹਿ ਰਵਿਤਾਸ। ਭਾਈ ਮੁਰਾਰੀ ਧੌਣ ਜਿਹੜੀ ਇਹਨਾਂ ਦੀ ਕੋ ਧੌਣਾ ਜਾਤ ਹੈ। ਇਸ ਤੋਂ ਇਲਾਵਾ ਇਹ ਜਿਹੜੇ ਭਾਈ ਮੁਰਾਰੀ ਜੀ ਆ ਰਵਤਾਸ ਇਲਾਕੇ ਦੇ ਰਹਿਣ ਵਾਲੇ ਹਨ। ਆਇਓ ਸ਼੍ਰੀ ਅਰਜਨ ਕੇ ਪਾਸ। ਤੇ ਗਰੀਬ ਨਵਾਜ ਮਹਾਰਾਜ ਦੇ ਪਾਸ ਪਹੁੰਚਿਆ ਭਾਈ ਮੁਰਾਰੀ ਜੀ। ਕਰਤੇ ਸਮੋ ਨਮੋ ਟਿਗ ਬੈਸਾ। ਨਮਸਕਾਰ ਕਰਕੇ ਸਤਿਗੁਰਾਂ ਪਾਸ ਬੈਠਾ ਹੈ। ਹਾਥ ਜੋਰ ਬੂਝਿਓ ਕਹਿ ਐਸਾ। ਤੇ ਇਉਂ ਕਹਿ ਮਹਾਰਾਜ ਨੂੰ ਪੁੱਛਣ ਲੱਗਿਆ ਹੈ। ਆਪ ਜ਼ੁਬਾਨੀ ਕੀਨ ਉਚਾਰਨ। ਕਿ ਪਾਤਸ਼ਾਹ ਜਿਹੜੀ ਬਾਣੀ ਤੁਸਾਂ ਉਚਾਰਨ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ, ਪਠੈ ਸੁਨੈ ਹਮ ਕਰਹਿ ਵਿਚਾਰਨ। ਮਹਾਰਾਜ ਉਹ ਬਾਣੀ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਤੇ ਉਹਨੂੰ ਵਿਚਾਰਦੇ ਵੀ ਹਾਂ, ਅਰਥ ਵੀ ਸਮਝਦੇ ਹਾਂ। ਤਉ ਨ ਦੁਰਮਤ ਮਨ ਤੇ ਹਾਨੀ। ਪਰ ਮਹਾਰਾਜ ਮਨ ਤੋਂ ਜਿਹੜੀ ਮੈਲ ਆ ਨਾ, ਮਤ ਦੁਰਮਤ ਭੈੜੀ ਮਤ, ਉਹ ਪਾਤਸ਼ਾਹ ਜਾਂਦੀ ਨਹੀਂ ਗੀ। ਵੀ ਅਸੀਂ ਬਾਣੀ ਪੜ੍ਹਦੇ ਸੁਣਦੇ ਮੰਨਦੇ ਤੇ ਸਮਝਦੇ ਵੀ ਹਾਂ, ਪਰ ਕੀ ਕਰੀਏ ਮਹਾਰਾਜ ਮਨ ਦੇ ਵਿੱਚੋਂ ਖੋਟੀ ਮਤ ਨਹੀਂ ਨਾਸ਼ ਹੁੰਦੀ ਹੈ। ਇਹੋ ਕਿਆ ਕਾਰਨ ਸਕਹਿ ਨ ਜਾਣੀ। ਤੇ ਕਾਰਨ ਨਹੀਂ ਪਤਾ ਲੱਗਦਾ ਮਹਾਰਾਜ ਵੀ ਬਾਣੀ ਪੜ੍ਹਿਆਂ ਵੀ ਮਨ ਵਿੱਚ ਭੈੜੇ ਖਿਆਲ ਫੁਰਨੇ ਪਾਪੀ ਮਤ ਰਹਿੰਦੀ ਹੈ। ਸ਼੍ਰੀ ਮੁਖ ਤੇ ਬੋਲੇ ਭਲ ਭਾਂਤ। ਗਰੀਬ ਨਵਾਜ ਸ਼੍ਰੀ ਮੁਖ ਤੋਂ ਇਸ ਤਰ੍ਹਾਂ ਬੋਲ ਉੱਠੇ ਹਨ। ਉਜਲ ਬਸਤਰ ਰੰਗ ਚੜ ਜਾਤ। ਮਹਾਰਾਜ ਕਹਿੰਦੇ ਭਾਈ ਜਿਹੜਾ ਬਸਤਰ ਉਜਲ ਹੁੰਦਾ, ਸਾਫ ਸੁਥਰਾ ਚਿੱਟਾ ਸਫੈਦ, ਉਹਦੇ ਉੱਪਰ ਰੰਗ ਸੌਖਾ ਚੜ ਜਾਂਦਾ ਹੈ। ਨਹਿ ਮਲੀਨ ਕੋ ਰੰਗ ਚੜਤ ਹੈ। ਤੇ ਜੇ ਪਹਿਲਾਂ ਹੀ ਬਸਤਰ ਮੈਲਾ ਹੋਵੇ ਤੇ ਮੈਲੇ ਬਸਤਰ ਤੇ ਰੰਗ ਨਹੀਂ ਚੜਦਾ। ਭਾਵ ਮਹਾਰਾਜ ਕਹਿੰਦੇ ਵੀ ਗੁਰਬਾਣੀ ਪੜ੍ਹਦੇ ਹੋ ਠੀਕ ਆ, ਬਾਣੀ ਨੇ ਤੁਹਾਡੀ ਮੈਲ ਕੱਟਣੀ ਆ ਸਮਾਂ ਪਾ ਕੇ, ਪਰ ਜਿੰਨਾ ਸਮਾਂ ਮਨ ਮੈਲਾ ਬਾਣੀ ਦਾ ਅਸਰ ਘੱਟ ਹੁੰਦਾ। ਜਿਵੇਂ ਮੈਲੇ ਬਸਤਰ ਤੇ ਰੰਗ ਉਹੋ ਜਿਹਾ ਹੀ ਚੜ੍ਹਦਾ ਹੈ ਤੇ ਚੰਗੇ ਚਿੱਟੇ ਸੋਹਣੇ ਨਿਖੜੇ ਬਸਤਰ ਤੇ ਰੰਗ ਵੱਧ ਚੜ੍ਹਦਾ। ਜਿੰਨਾ ਮਨ ਨਿਖਰਿਆ ਉਨਾ ਗੁਰਬਾਣੀ ਦਾ ਰੰਗ ਜ਼ਿਆਦਾ ਚੜ੍ਹੇਗਾ। ਗੁਰਬਾਣੀ ਰੰਗ ਵਰਗੀ ਹੈ। ਜਦੋਂ ਮਨ ਮੈਲਾ ਹੁੰਦਾ ਰੰਗ ਤਾਂ ਚੜ੍ਹਦਾ ਹੈ ਬਾਣੀ ਦਾ, ਪਰ ਉਹਨਾਂ ਨਹੀਂ ਚੜ੍ਹਦਾ ਹੈ। ਤੋ ਪਾਤਸ਼ਾਹ ਕਹਿੰਦੇ ਹਨ, ਉਜਲ ਪੁਨ ਤਿਸ ਕੋ ਰੰਗ ਚੜ੍ਹੈ ਸੁਨ। ਜੇ ਪਖਾਰ ਕਰ ਮੈਲ ਕੱਢਤ ਹੈ। ਤੇ ਜੇ ਪਖਾਰ ਲਵੇ ਕੋ ਧੋ ਲਵੇ, ਧੋ ਕੇ ਮੈਲੇ ਕੱਪੜੇ ਦੀ ਮੈਲ ਕੱਢ ਦਿੰਦਾ ਕੋਈ। ਪੁਨ ਤਿਸ ਕੋ ਰੰਗ ਚੜ੍ਹੈ ਸੁਨੀਕੋ। ਤੇ ਫਿਰ ਜਦੋਂ ਬਸਤਰ ਮੈਲਾ ਚੰਗੀ ਤਰ੍ਹਾਂ ਧੋ ਲਈਏ ਫਿਰ ਚੰਗੀ ਸੋਹਣਾ ਰੰਗ ਉਹਦੇ ਤੇ ਚੜ ਜਾਂਦਾ ਹੈ। ਸੁਣ ਸਿੱਖ ਪੁਨ ਬੂਝਤ ਗੁਰ ਜੀ ਕੋ। ਤੋ ਪਾਤਸ਼ਾਹ ਨੂੰ ਇਹ ਸਿੱਖ ਫੇਰ ਬੋਲ ਕੇ ਪੁੱਛਣ ਲੱਗਾ ਹੈ, ਮਨ ਸੂਖਮ ਕੋ ਧੋਵਹਿ ਕੈਸੇ। ਵੀ ਮਹਾਰਾਜ ਚਲੋ ਕੱਪੜਾ ਤਾਂ ਸਥੂਲ ਹੁੰਦਾ, ਪਤਾ ਵੀ ਕੱਪੜਾ ਪਾਣੀ ਨਾਲ ਧੁੱਪ ਜਾਂਦਾ ਹੈ, ਸਾਬਣ ਨਾਲ ਧੁੱਪ ਜਾਂਦਾ, ਪਰ ਮਹਾਰਾਜ ਇੱਥੇ ਮਨ ਦੀ ਗੱਲ ਹੈ। ਤੇ ਮਨ ਦੀ ਮੈਲ ਮਹਾਰਾਜ ਕਿਵੇਂ ਧੁੱਪੇਗੀ, ਕਿਉਂਕਿ ਮਨ ਵੀ ਸੂਖਮ ਹੈ ਤੇ ਮਨ ਦੀ ਮੈਲ ਵੀ ਸੂਖਮ ਹੈ। ਆਮ ਸਧਾਰਨ ਮੈਲ ਤਾਂ ਪਾਣੀ ਨਾਲ ਧੁੱਪ ਜਾਂਦੀ ਹੈ, ਮਹਾਰਾਜ ਜੀ ਮਨ ਦੀ ਮੈਲ ਦਾ ਕੀ ਕਰਾਂਗੇ। ਹਮ ਅਨਜਾਣ ਬਤਾਵਹੁ ਤੈਸੇ। ਅਸੀਂ ਅਣਜਾਣ ਆ ਮਹਾਰਾਜ, ਨਹੀਂ ਜਾਣਦੇ ਵੀ ਮਨ ਦੀ ਮੈਲ ਕਿਵੇਂ ਉਤਰੇਗੀ, ਕਿਰਪਾ ਕਰਕੇ ਦੱਸੋ ਜੀ। ਸ਼੍ਰੀ ਮੁਖ ਤੇ ਕਹਿ ਪ੍ਰਥਮ ਬਤਾਇਓ। ਤੋ ਪਾਤਸ਼ਾਹ ਜੀ ਕਹਿਣ ਲੱਗੇ ਵੀ ਮਨ ਦੀ ਮੈਲ ਕਿਵੇਂ ਨਾਸ਼ ਹੋਣੀ, ਇਹ ਤਾਂ ਪਹਿਲਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੱਸ ਗਏ ਹਨ। ਸ਼੍ਰੀ ਨਾਨਕ ਜਪ। ਜਦੋਂ ਗਰੀਬ ਨਵਾਜੀਆਂ ਧੰਨ ਸ਼੍ਰੀ ਜਪਜੀ ਸਾਹਿਬ ਜੀ ਦਾ ਪਵਿੱਤਰ ਪਾਠ ਉਚਾਰਿਆ ਬਣਾਇਆ ਸੀ। ਸ਼੍ਰੀ ਮੁਖ ਵਾਕ ਭਰੀਐ ਹੱਥ ਪੈਰ ਤਨ ਦੇਹ। ਮਹਾਰਾਜ ਕਹਿੰਦੇ ਭਾਈ ਇਹ ਹੈ ਵੀ ਭਰੀਆ ਹੱਥ ਪੈਰ ਤਨ ਦੇਹ ਹੈ।
ਜਿਵੇਂ ਹੱਥ ਪੈਰ ਆ ਤਨ ਦੇ ਦਾ ਅਰਥ ਇਕੱਠਾ ਕਰੀ ਕਹਿੰਦੇ ਨਾ ਤਨ ਦੇ ਹੀ ਨਾਲ ਸੇਵਾ ਕੀਤੀ ਭਾਵ ਚੰਗੀ ਤਰ੍ਹਾਂ ਹੱਥ ਪੈਰ ਤੇ ਸਾਰਾ ਸਰੀਰ ਐਨ ਚੰਗੀ ਤਰ੍ਹਾਂ ਜਦੋਂ ਭਰ ਜਾਂਦਾ ਮੈਲ ਨਾਲ ਪਾਣੀ ਧੋਤੈ ਉਤਰ ਸੋਖੇਹ ਲੱਗੀ ਹੋਈ ਖੇ ਮਿੱਟੀ ਧੂੜ ਉਹ ਧੋ ਲਈਏ ਨਾ ਸਰੀਰ ਨੂੰ ਪਾਣੀ ਨਾਲ ਤੇ ਲੱਗੀ ਹੋਈ ਮੈਲ ਧੂੜ ਜਿਹੜੀ ਉਤਰ ਜਾਂਦੀ ਹੈ ਮੂਤ ਪਲੀਤੀ ਕੱਪੜ ਹੋਏ ਤੇ ਜਿਹੜਾ ਕੱਪੜਾ ਹੈ ਜੇ ਕੱਪੜ ਮੂਤ ਪਲੀਤੀ ਹੋ ਜੇ ਭਾਵੈਣ ਜਿਵੇਂ ਕੋਈ ਮੂਤਰ ਨਾਲ ਲਿਬੜਿਆ ਹੁੰਦਾ ਜਮਾਂ ਗਹਿ ਗੱਚ ਬੇਕਾਰ ਕੱਪੜਾ ਬਿਲਕੁਲ ਹੀ ਪਲੀਤ ਹੋ ਜਾਵੇ ਐਨ ਗਰਕ ਜਾਵੇ ਲਿਬੜ ਜਾਂਦਾ ਹੈ ਦੇ ਸਾਬੁਣ ਲਈਐ ਉਹ ਉਹ ਧੋਏ ਗਰਕੇ ਹੋਏ ਮੈਲੇ ਕੱਪੜੇ ਨੂੰ ਸਾਬਣ ਦੇ ਲਈਏ ਸਾਬਣ ਦੇ ਕੇ ਧੋ ਲਿਆ ਜਾਂਦਾ ਹੈ ਤੇ ਨਿਖੜ ਆਉਂਦਾ ਹੈ ਸਰੀਰ ਜਿਹੜਾ ਹੈ ਮਨੁੱਖਾ ਉਹਦੇ ਤੇ ਮਿੱਟੀ ਪੈ ਜਾਵੇ ਤੇ ਪਾਣੀ ਨਾਲ ਧੋ ਲਈਦਾ ਇਕੱਲੇ ਨਾਲ ਜੇ ਕੋਈ ਕੱਪੜਾ ਬਾਹਲਾ ਹੀ ਲਿਬੜਿਆ ਗਰਕਿਆ ਮਲੀਨ ਹੋਇਆ ਪਾਣੀ ਨਾਲ ਨਾ ਨਿਖਰੇ ਤੇ ਸਾਬਣ ਲਾ ਕੇ ਪਾਣੀ ਮਾਰ ਕੇ ਧੋ ਕੇ ਨਖਾਰ ਲਈਦਾ ਹੈ ਭਰੀਐ ਮਤ ਪਾਪਾ ਕੈ ਸੰਗ ਕਹਿੰਦੇ ਮਹਾਰਾਜ ਫਿਰ ਸਰੀਰ ਤੇ ਮਤ ਦਾ ਕੀ ਕਰੀਏ ਗਰੀਬ ਨਵਾਜ ਕਹਿੰਦੇ ਭਾਈ ਜਿਹੜੀ ਮਤ ਭਰੀ ਹੈ ਪਾਪਾ ਕੈ ਸੰਗ ਜਿਹੜੀ ਮਤ ਭਰ ਜਾਂਦੀ ਹੈ ਪਾਪਾਂ ਦੇ ਨਾਲ ਪਾਪਾਂ ਦੀ ਮੈਲ ਜਦੋਂ ਮਤ ਨੂੰ ਮਨ ਨੂੰ ਲੱਗ ਜਾਂਦੀ ਹੈ ਉਹ ਧੋਪੈ ਨਾਵੈ ਕੈ ਰੰਗ ਜਿਵੇਂ ਕੱਪੜਾ ਧੋ ਲਈਦਾ ਸਾਬਣ ਨਾਲ ਸਰੀਰ ਪਾਣੀ ਨਾਲ ਤੇ ਮਨ ਕਾਹਦੇ ਨਾਲ ਧੋਣਾ ਹੈ ਉਹ ਧੋਪੈ ਨਾਵੈ ਕੈ ਰੰਗ ਨਾਮ ਜਿਹੜਾ ਨਾ ਨਾਮ ਦਾ ਰੰਗ ਕਹੀਏ ਪ੍ਰੇਮ ਜਿਹੜਾ ਨਾਮ ਬਾਣੀ ਦੇ ਪ੍ਰੇਮ ਰੂਪੀ ਪਾਣੀ ਸਾਬਣ ਦੇ ਨਾਲ ਮਨ ਰੂਪੀ ਮਤ ਰੂਪੀ ਕੱਪੜਾ ਧੋਤਾ ਜਾਂਦਾ ਹੈ ਚੌਪਈ ਤਨ ਅਰ ਬਸਤਰ ਸਥੂਲ ਜੋ ਹੋਏ ਪਾਤਸ਼ਾਹ ਕਹਿੰਦੇ ਸਰੀਰ ਤੇ ਬਸਤਰ ਤਾਂ ਸਥੂਲ ਹੈ ਭਾਈ ਮੋਟੇ ਤਾਜੇ ਸਾਫ਼ ਦਿਸ ਰਹੇ ਹਨ ਜਲ ਸਾਬੁਣ ਸੰਗ ਲਈਐ ਧੋਏ ਇਹ ਪਾਣੀ ਤੇ ਸਾਬਣ ਨਾਲ ਧੋ ਕੇ ਨਖਾਰ ਲਈਦੇ ਆ ਮਤ ਅਰ ਅਗ ਸੂਖਮ ਇਹੋ ਜਾਨ ਜਿਹੜੇ ਮਤ ਹੈ ਤੇ ਜਿਹੜੇ ਮਨ ਨੂੰ ਲੱਗੇ ਪਾਪ ਹੈ ਭਾਈ ਬਸਤਰ ਦੀ ਮੈਲ ਬਸਤਰ ਵੀ ਸਥੂਲ ਹੈ ਮੈਲ ਵੀ ਸਥੂਲ ਹੈ ਮਤ ਸੂਖਮ ਹੈ ਤੇ ਇਹਨੂੰ ਲੱਗੇ ਹੋਏ ਦਾਗ ਪਾਪ ਵੀ ਸੂਖਮ ਹੁੰਦੇ ਆ ਮਨ ਕੋ ਕਰਹਿ ਮਲੀਨ ਮਹਾਨ ਤੇ ਜਿਹੜੇ ਪਾਪ ਕੀਤੇ ਹੋਏ ਜਿਵੇਂ ਕੱਪੜੇ ਨੂੰ ਮੈਲ ਗੰਦਾ ਕਰਦੀ ਹੈ ਮਨ ਨੂੰ ਕੀਤੇ ਹੋਏ ਪਾਪ ਬਹੁਤ ਮੈਲਾ ਕਰ ਦਿੰਦੇ ਹਨ ਸਤ ਨਾਮ ਭੀ ਸੂਖਮ ਤੇ ਹੈ ਮੈਲ ਜੇ ਸੂਖਮ ਹੈ ਮਨ ਨੂੰ ਲੱਗੀ ਹੋਈ ਪਾਪਾਂ ਦੀ ਤੇ ਵਾਹਿਗੁਰੂ ਵਾਹਿਗੁਰੂ ਨਾਮ ਵੀ ਭਾਈ ਬੜਾ ਸੂਖਮ ਹੈ ਸਿਮਰਨ ਤੇ ਸਗਰੀ ਮਲ ਲਹੈ ਮਨ ਨੂੰ ਲੱਗੀ ਹੋਈ ਮੈਲ ਵਾਹਿਗੁਰੂ ਵਾਹਿਗੁਰੂ ਸਿਮਰਨ ਇਹ ਸਾਬਣ ਹੈ ਤੇ ਪ੍ਰੇਮ ਰੂਪੀ ਜਲ ਪਾ ਕੇ ਲਾਹ ਲਈ ਜਾਂਦੀ ਨਾਸ਼ ਹੋ ਜਾਂਦੀ ਹੈ ਪ੍ਰਭ ਮਹਿ ਪ੍ਰੇਮ ਰੰਗ ਚੜ ਜਾਏ ਤੇ ਜਿਵੇਂ ਬਸਤਰ ਐਨ ਚਿੱਟਾ ਉਜਲ ਹੋਵੇ ਤੇ ਰੰਗ ਚੜ ਜਾਂਦਾ ਹੈ ਇਸੇ ਤਰ੍ਹਾਂ ਪ੍ਰਭੂ ਦੇ ਪ੍ਰੇਮ ਦੇ ਵਿੱਚ ਜਿਹੜਾ ਨਾ ਪ੍ਰੇਮ ਵਾਲਾ ਰੰਗ ਫਿਰ ਇਹ ਮਨ ਰੂਪੀ ਕੱਪੜੇ ਨੂੰ ਚੜ ਜਾਂਦਾ ਰੰਗ ਲਾਗਤ 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 ਹੈ ਦੁਖ ਭਾਗਤ 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 ਹੈ ਏਕ ਰੂਪ ਹੋਏ ਬਾਹਰ ਮਿਲਾਏ ਤੋ ਬਾਦਸ਼ਾਹ ਕਹਿੰਦੇ ਭਾਈ ਇੱਕ ਰੂਪ ਹੋ ਕਰਕੇ ਨਾ ਤੇ ਬੌੜੋ ਪਰਮੇਸ਼ਰ ਆਪ ਦੇ ਵਿੱਚ ਹੀ ਮਿਲਾ ਲੈਂਦਾ ਹੈ ਜਦੋਂ ਮਨ ਪਰਮੇਸ਼ਰ ਚ ਰੰਗਿਆ ਗਿਆ ਤੇ ਪਰਮੇਸ਼ਰ ਫਿਰ ਇਸ ਮਨ ਦੇ ਜਰੀਏ ਸਾਡੀ ਮਤ ਜਰੀਏ ਸਾਡੇ ਹਿਰਦੇ ਵਿੱਚ ਵਸਦਾ ਤੇ ਇੱਕਮਿਕ ਹੋ ਜਾਂਦਾ ਨਾਮੀ ਦੇ ਨਾਮ ਅਭੇਦ ਹੋ ਜਾਂਦੇ ਹਨ ਸਰਧਾ ਅਰ ਧੀਰਜ ਔਰ ਤਰੋ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਸ਼ਰਧਾ ਰੱਖੋ ਤੇ ਹਿਰਦੇ ਵਿੱਚ ਬਾਣੀ ਦਾ ਧੀਰਜ ਹੌਸਲਾ ਧਾਰੋ ਜੀ ਗੁਰਬਾਣੀ ਪਾਠ ਸੁਣ ਗੁਣ ਧਰੋ ਬਾਣੀ ਪੜੋ ਬਾਣੀ ਸੁਣੋ ਬਾਣੀ ਪੜ੍ਹ ਸੁਣ ਕੇ ਗੁਰਬਾਣੀ ਦੁਆਰਾ ਦੱਸੇ ਗੁਣ ਉਹ ਹਿਰਦੇ ਵਿੱਚ ਧਾਰਨੇ ਕਰੋ ਜੀ ਸਿਮਰਹੁ ਨਾਮ ਪਾਪ ਮਲ ਜਾਏ ਤੇ ਜੇ ਪਾਪ ਹੈ ਮਨ ਵਿੱਚ ਨਹੀਂ ਮਨ ਟਿਕਦਾ ਤੇ ਨਾਮ ਸਿਮਰਨ ਕਰੋ ਨਾਮ ਸਿਮਰਨ ਦੇ ਨਾਲ ਮਨ ਦੀ ਮੈਲ ਨਾਸ਼ ਹੋ ਜਾਵੇਗੀ ਸਨੈ ਸਨੈ ਦੁਰਮਤ ਲਿਹੁ ਪਾਏ ਤੇ ਸਮਾਂ ਤਾਂ ਜ਼ਰੂਰ ਲੱਗੇਗਾ ਪਰ ਹੌਲੀ ਹੌਲੀ ਦੁਰਮਤ ਨਾਸ਼ ਹੋ ਜਾਵੇਗੀ ਤੇ ਗੁਰੂ ਕੀ ਮਤ ਦੇ ਧਾਰਨੀ ਹੋ ਜਾਵਾਂਗੇ ਮਨ ਟਿਕ ਜਾਵੇਗਾ ਮਨ ਦੀ ਮੈਲ ਕੱਟੀ ਜਾਵੇਗੀ ਜਨਮ ਅਨੇਕਣ ਕੇ ਅਘ ਬ੍ਰਿੰਦ ਤੇ ਜਿਹੜੇ ਕੋਈ ਬੜੇ ਜਨਮਾਂਤਰਾਂ ਦੇ ਬਹੁਤੇ ਪਾਪ ਕੀਤੇ ਵੈ ਕਰਹ ਭਜਨ ਸਭ ਹੋਏ ਨਿਕੰਦ ਭਜਨ ਬੰਦਗੀ ਕਰਨ ਦੇ ਨਾਲ ਸਭ ਨਾਸ਼ ਹੋ ਜਾਣਗੇ ਕੀਤੇ ਹੋਏ ਪਾਪ ਕੱਟੇ ਜਾਵਣਗੇ ਸੁਣ ਸਿੱਖਣ ਸਰਦਾ ਧੀ ਧਰ ਧੀਰ ਸੁਣ ਕੇ ਸਿੱਖਾਂ ਨੇ ਮਹਾਰਾਜ ਦਾ ਉਪਦੇਸ਼ ਬਹੁਤ ਸ਼ਰਧਾ ਤੇ ਧੀਰਜ ਧਾਰਿਆ ਹੈ
ਲਾਗੇ ਸਿਮਰਨ ਕਰਨ ਗਹੀਰ। ਤੇ ਉਸ ਗੈਰ ਗੰਭੀਰ ਪਰਮੇਸ਼ਰ ਦਾ ਸਿਮਰਨ ਕਰਨ ਲੱਗੇ ਹਨ ਜਾਂ ਗਹੀਰ ਡੂੰਘਾ ਚੰਗੀ ਤਰ੍ਹਾਂ। ਆਡਿਤ ਸੋਇਨੀ ਸਿੱਖ ਚੱਲ ਆਇਓ। ਇੱਕ ਸੋਇਨੀ ਜਾਤ ਦਾ ਅਡਿਤ ਨਾਮ ਦਾ ਸਿੱਖ ਪਹੁੰਚਿਆ ਹੈ। ਸਤਿਗੁਰ ਆਗੇ ਸੀਸ ਨਿਵਾਇਓ। ਇਹ ਸੋਇਨੀ ਜਿਹੜੀ ਜਾਤ ਗੋਤ ਹੈ ਬ੍ਰਾਹਮਣਾਂ ਵਿੱਚ ਹੁੰਦੀ ਹੈ। ਕੋਈ ਬ੍ਰਾਹਮਣ ਸੀ ਅਡਿਤ ਨਾਮ ਦਾ, ਹਜ਼ੂਰ ਦੇ ਪਾਸ ਪਹੁੰਚਿਆ, ਸ਼ੀਸ਼ ਨਿਵਾਇਆ ਹੈ। ਹਾਥ ਜੋੜ ਅਰਦਾਸ ਉਚਾਰੀ। ਤੇ ਗਰੀਬ ਨਵਾਜ ਦੇ ਚਰਨਾਂ ਤੇ ਹੱਥ ਜੋੜ ਕੇ ਅਰਦਾਸ ਕੀਤੀ ਵੈ। ਬ੍ਰਿਤ ਹਮਾਰੀ ਸ਼ਸਤਰਨ ਧਾਰੀ। ਵੀ ਮਹਾਰਾਜ ਅਸੀਂ ਸ਼ਸਤਰ ਧਾਰੀ ਸਾਡਾ ਪਰਿਵਾਰ। ਵੀ ਕੋਈ ਜਿਵੇਂ ਫੌਜ ਵਿੱਚ ਭਰਤੀ ਹੁੰਦੇ ਨਾ, ਜਾਂ ਜਿਵੇਂ ਹੁਣ ਬੈਂਕਾਂ ਰੱਖ ਲੈਂਦੇ ਆ ਜਿਹਦੇ ਕੋਲ ਸ਼ਸਤਰ ਹੋਵੇ ਉਹਨੂੰ ਤਨਖਾਹ ਮਿਲੀ ਜਾਂਦੀ ਹੈ। ਤੋ ਇਹ ਮਹਾਰਾਜ ਪਾਤਸ਼ਾਹ ਜੀ ਅਸੀਂ ਸ਼ਸਤਰ ਧਾਰਿਆ ਹੋਇਆ ਤੇ ਸ਼ਸਤਰ ਦੀ ਅਸੀਂ ਤਨਖਾਹ ਰੋਜੀ ਰੋਟੀ ਖਾਂਦੇ ਹਾਂ। ਵੀ ਜਿਵੇਂ ਰਾਜੇ ਦੀ ਸੇਵਾ ਵਿੱਚ ਜਾਂ ਕਿਸੇ ਖਾਸ ਮੁਹਿੰਮ 'ਤੇ ਚੜ੍ਹ ਕੇ ਫੌਜ ਦੀ ਵਿੱਚ ਭਰਤੀ ਹੋ ਕੇ ਉਹ ਤਨਖਾਹ ਜਿਹੜੀ ਮਾਇਆ ਮਿਲਦੀ ਆ ਉਹਦੇ ਨਾਲ ਸਾਡਾ ਗੁਜ਼ਾਰਾ ਹੁੰਦਾ ਹੈ। ਜਿਮ ਉਧਾਰ ਹਮਰੋ ਹੋਏ ਜਾਏ। ਮਹਾਰਾਜ ਕੀ ਕਿਸੇ ਸ਼ਸਤਰ ਧਾਰੀ ਦਾ ਵੀ ਉਧਾਰ ਹੋ ਸਕਦਾ ਹੈ। ਜਿਵੇਂ ਮਹਾਰਾਜ ਮੇਰੀ ਕਲਿਆਣ ਹੋ ਜਾਵੇ। ਕਿਰਪਾ ਕਰਹਾ ਉਪਦੇਸ਼ ਬਤਾਏ। ਕਿਰਪਾ ਕਰਕੇ ਮਹਾਰਾਜ ਮੈਨੂੰ ਵੀ ਉਪਦੇਸ਼ ਬਖਸ਼ੋ ਜੀ। ਸ਼੍ਰੀ ਅਰਜਨ ਤਬ ਸੁਮਤ ਬਤਾਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਫਿਰ ਸ਼੍ਰੇਸ਼ਟ ਮੱਤ ਸ਼੍ਰੇਸ਼ਟ ਪ੍ਰਗਟ ਕਰਕੇ ਵਿਖਾਈ ਹੈ ਜਾਂ ਇਹਨੂੰ ਸੁਮਤ ਬਖਸ਼ਿਸ਼ ਕੀਤੀ ਹੈ। ਧਰਮ ਜੁੱਧ ਕੀ ਜਹ ਤ੍ਰਿਤ ਪਾਈ। ਮਹਾਰਾਜ ਕਹਿੰਦੇ ਧੀਰਜ ਰੱਖ ਕੇ ਨਾ ਹੌਸਲੇ ਨਾਲ ਸਦਾ ਧਰਮ ਦਾ ਯੁੱਧ ਕਰਨਾ ਹੈ। ਹੱਕ ਸੱਚ ਦਾ ਜਿਹੜਾ ਬੋਲਬਾਲੇ ਵਾਸਤੇ ਧਰਮ ਦਾ ਯੁੱਧ ਕਰਨਾ, ਜ਼ੁਲਮ ਦਾ ਨਾਸ਼ ਕਰਨਾ ਹੈ। ਰਣ ਕਰਤੇ ਪ੍ਰਭ ਸੋ ਰੱਖ ਧਿਆਨ। ਤੇ ਜਦੋਂ ਯੁੱਧ ਵੀ ਕਰਨਾ ਪੈ ਜਾਵੇ, ਯੁੱਧ ਕਰਦਿਆਂ ਹੋਇਆਂ ਵੀ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਧਿਆਨ ਲਾ ਕੇ ਰੱਖਣਾ ਹੈ। ਲਰੇ ਬਿਸ਼ਨ ਜਿਮ ਸਾਰੰਗ ਪਾਨ। ਜਿਵੇਂ ਵਿਸ਼ਨ ਭਗਵਾਨ ਤੋਂ ਜਿਹੜੇ ਕੋਈ ਉਹ ਦੈਂਤ ਸਨ ਉਹ ਡਰੇ ਸਨ, ਜਾਂ ਜਿਵੇਂ ਭਗਵਾਨ ਵਿਸ਼ਨੂੰ ਜੀ ਲੜੇ ਸੀ ਇਹਨਾਂ ਦੇ ਨਾਲ ਹੱਥ ਵਿੱਚ ਧਨੁਸ਼ ਪਕੜ ਕੇ। ਅਸੁਰਨ ਗਣ ਕੋ ਕੀਣ ਸੰਘਾਰ। ਤੇ ਬੜੇ ਭਾਰੀ ਪਾਪੀ ਦੈਂਤਾਂ ਦਾ ਨਾਸ਼ ਕੀਤਾ ਹੈ ਸੀ। ਗਦਾ ਪਾਣ ਕੋ ਤਬ ਉਰ ਧਾਰ। ਤੇ ਗਦਾ ਹੱਥ ਵਿੱਚ ਪੜਿਆ ਸੀ, ਹਿਰਦੇ ਵਿੱਚ ਧਾਰਨਾ ਕਰਤੈ। ਸੰਕਟ ਦੇਹ ਗਰੀਬਣ ਜੋਏ। ਤੇ ਗੱਲ ਇਹ ਹੈ ਵੀ ਧਰਮ ਦਾ ਯੁੱਧ ਕਹਿੰਦਾ ਮਹਾਰਾਜ ਕੀ ਹੈ। ਪਾਤਸ਼ਾਹ ਕਹਿੰਦੇ ਜੇ ਕੋਈ ਗਰੀਬਾਂ ਨੂੰ ਦੁੱਖ ਦਿੰਦਾ ਹੈ, ਗਰੀਬਾਂ ਦਾ ਖੂਨ ਚੂਸਦਾ ਹੈ, ਲਹੂ ਪੀਂਦਾ ਹੈ, ਜਾਂ ਕੋਈ ਜਿਹੜਾ ਵਾ ਉਹ ਜ਼ੁਲਮ ਕਰਦਾ ਮਾੜੇ ਉੱਪਰ, ਤਿਹ ਸੋ ਲਰਹਾ ਧਰਮ ਬਹ ਹੋਏ। ਤੇ ਜਿਹੜਾ ਜ਼ੁਲਮੀ ਹੈ ਉਹਦੇ ਮਜ਼ਲੂਮਾਂ ਦੀ ਰਾਖੀ ਤੇ ਜ਼ੁਲਮ ਕਰਨ ਵਾਲੇ ਜ਼ੁਲਮੀ ਦੇ ਅੱਗੇ ਡਟ ਕੇ ਲੜਨਾ, ਉਹਦੇ ਨਾਲ ਯੁੱਧ ਕਰਨਾ, ਮਹਾਰਾਜ ਕਹਿੰਦੇ ਇਹ ਧਰਮ ਦਾ ਯੁੱਧ ਅਖਵਾਉਂਦਾ, ਬਹੁਤ ਵੱਡਾ ਧਰਮ ਹੈ। ਜਿਸ ਕੋ ਲੂਣ ਖਾਏ ਤਿਸ ਹੇਤ। ਬਾਕੀ ਜਿਸ ਰਾਜੇ ਦਾ ਜਾਂ ਜਿਹਦਾ ਵੀ ਕਿਸੇ ਸੈਨਾਪਤੀ ਜਰਨੈਲ ਦਾ ਤੂੰ ਲੂਣ ਖਾਦਾ ਹੈ, ਪੀਠ ਨਦੀ ਜਹ ਜਬਰਣ ਖੇਤ। ਤੇ ਉਹਨੂੰ ਕਦੇ ਪਿੱਠ ਨਹੀਂ ਦੇਣੀ, ਉਹਦੇ ਨਾਲ ਚਾਹੇ ਮਰ ਵੀ ਜਾਵੇਂ। ਜਿਹਦਾ ਲੂਣ ਖਾਦਾ ਹੈ ਕਦੇ ਕੰਡ ਨਹੀਂ ਕਰਨੀ, ਉਹਦੇ ਵਾਸਤੇ ਵਫਾਦਾਰ ਰਹਿਣਾ ਹੈ। ਸੁਆਮੀ ਕਾਰਜ ਹਿਤ ਦੇ ਪ੍ਰਾਨ। ਜੇ ਜਿਹਦਾ ਲੂਣ ਖਾਦਾ ਹੈ ਉਹਦੇ ਕੰਮ ਵਾਸਤੇ ਮੁਹਿੰਮ ਤੇ ਚੜ੍ਹ ਕੇ ਗਏ ਤੇ ਚਾਹੇ ਮੌਤ ਵੀ ਹੋ ਜਾਵੇ, ਜਾਣ ਦੀ ਬਾਜੀ ਲਾ ਦੇਣੀ ਹੈ। ਦੋਨਾਂ ਲੋਕਣ ਸੁਜਾਸ ਮਹਾਨ। ਕੀ ਹੋਵੇਗਾ, ਲੋਕ ਤੇ ਪਰਲੋਕ ਸਫਲੇ ਹੋ ਜਾਣਗੇ ਸ਼ਹੀਦ ਹੋਏ ਤੇ। ਪਰਮੇਸ਼ਵਰ ਕੇ ਸਿਮਰਨ ਧਰੇ। ਬਾਕੀ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਮਹਾਰਾਜ ਗਰੀਬ ਨਵਾਜ ਦਾ ਸਿਮਰਨ ਸਦਾ ਧਾਰ ਕੇ ਰੱਖਣਾ ਹੈ। ਵਿਜੈ ਲਹਿ ਮੁਖ ਉਜਲ ਕਰੋ। ਤੇ ਸਦਾ ਤੇਰੀ ਜਿੱਤ ਹੋਵੇ, ਜਿੱਤ ਕੇ ਆਪਦਾ ਮੁਖ ਜਿਹੜਾ ਲੋਕ ਪਰਲੋਕ ਵਿੱਚ ਉਜਲਾ ਕਰ ਲੈ। ਸੁਣ ਸਿੱਖਿਆ ਤੈਸੇ ਉਰ ਧਾਰੀ। ਸੁਣ ਕੇ ਪਾਤਸ਼ਾਹ ਤੋਂ ਸਿੱਖਿਆ ਇਹਨੇ ਮਨ ਵਿੱਚ ਧਾਰਨ ਕੀਤੀ ਹੈ। ਲਾਗਿਓ ਗੁਰ ਕੀ ਸੇਵਾ ਮੁਝਾਰੀ। ਤੇ ਜਿਵੇਂ ਮਹਾਰਾਜ ਨੇ ਬਖਸ਼ਾਂ ਕੀਤੀਆਂ, ਨਾਲੇ ਸ਼ਸਤਰ ਧਾਰੀ ਰਿਹਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਲੰਗਰਾਂ ਦੀ ਸੇਵਾ ਵਿੱਚ ਲੱਗ ਗਿਆ ਹੈ। ਲਾਲਾ ਸੇਠੀ ਚੂਹੜ ਸਾਈਂ। ਭਾਈ ਚੂਹੜ ਸਾਈਂ ਜੀ ਜਾਂ ਚੂਹੜ ਜੀ ਭਾਈ ਸਾਈਂ ਜੀ ਤੇ ਇੱਕ ਲਾਲਾ ਸੇਠੀ ਜਾਤ ਬਿਰਾਦਰੀ ਵਿੱਚੋਂ। ਸੰਗ ਨਿਹਾਲੂ ਗੁਰਮਤ ਪਾਈ। ਤੇ ਇੱਕ ਭਾਈ ਨਿਹਾਲੂ ਜੀ ਹੈ ਜਿਹੜਾ ਕੁਝ ਦਿਨ ਪਹਿਲਾਂ ਮਹਾਰਾਜ ਦੇ ਪਾਸ ਆਇਆ, ਜਿਹਨੇ ਪਹਿਲਾਂ ਹੀ ਮਹਾਰਾਜ ਤੋਂ ਮੱਤ ਪ੍ਰਾਪਤ ਕੀਤੀ ਸੀ। ਲਿਵ ਲਗਾਏ ਕਰ ਸ਼ਬਦ ਸੁਗਾਵੇਂ। ਤੇ ਭਾਈ ਨਿਹਾਲੂ ਜੀ ਇਹਨਾਂ ਤਿੰਨਾਂ ਨੂੰ ਲੈ ਕੇ ਆਇਆ।
ਬੜੀ ਲਿਵ ਲਾ ਕੇ ਨਾ ਸੁਰਤੀ ਨਾਲ ਇਹ ਸ਼ਬਦ ਗਾਉਂਦੇ ਹਨ ਇੱਕ ਮਨ ਹੋਏ ਕਰ ਅਰਥ ਤੇ ਸੁਣਾਵੈ। ਨਾਲੇ ਗੁਰਬਾਣੀ ਪੜ੍ਹਦੇ ਆ ਤੇ ਇਹ ਜਿਵੇਂ ਕੋਈ ਕਥਾ ਕਰਦਾ ਇਸ ਤਰ੍ਹਾਂ ਕਥਾ ਕਰਦੇ ਸਨ। ਇੱਕ ਮਨ ਹੋ ਕਰਕੇ ਗੁਰਬਾਣੀ ਪੜ੍ਹਦੇ ਇਕਾਗਰਤਾ ਦੇ ਨਾਲ ਤੇ ਬਹੁਤ ਸੁੰਦਰ ਕਥਾ ਕਰਦੇ ਅਰਥ ਸੁਣਾਉਂਦੇ ਆ ਕਰਹਿ ਵਿਚਾਰ ਮ੍ਰਿਦਲ ਮਨ ਤੇ ਹੋਏ। ਬੜੇ ਕੋਮਲ ਮਨ ਹੋ ਕੇ ਨੀਵਾਂ ਨਿਮਰਤਾ ਭਾਵ ਧਾਰ ਕੇ ਨਾ ਤੇ ਬੜੇ ਗੁਰਬਾਣੀ ਦੀ ਵਿਚਾਰ ਕਰਦੇ ਆ ਕਥਾ ਸੁਣਾਉਂਦੇ ਕੀਰਤਨ ਕਰਦੇ ਹਨ ਪ੍ਰਭ ਕੋ ਰਾਖਹਿ ਹਿਰਦੈ ਪਰੋਏ। ਤੇ ਪਰਮੇਸ਼ਰ ਅਕਾਲ ਪੁਰਖ ਨੂੰ ਸਦਾ ਆਪਣੇ ਹਿਰਦੇ ਦੇ ਹਾਰ ਵਿੱਚ ਮਣਕਾ ਬਣਾ ਕੇ ਪਰੋ ਕੇ ਰੱਖਦੇ ਆ ਤਿਨ ਕੇ ਬਚਨ ਸੁਨਹਿ ਜੋ ਆਇਆ। ਬਾਕੀ ਕਈ ਕਵੀ ਜੀ ਕਹਿੰਦੇ ਇਹ ਜਦੋਂ ਕਥਾ ਕਰਦੇ ਸੀ ਨਾ ਤੇ ਕਥਾ ਕਰਦਿਆਂ ਜਿਹੜਾ ਵੀ ਇਹਨਾਂ ਦੀ ਕਥਾ ਆ ਕੇ ਸੁਣ ਲੈਂਦਾ ਸੀ ਸਭ ਪਰ ਪਰੈ ਤਨਹ ਕੀ ਛਾਇਆ। ਤੇ ਇਹਨਾਂ ਦਾ ਪ੍ਰਭਾਵ ਬਹੁਤ ਪੈਂਦਾ ਸੀ। ਜਦੋਂ ਕਥਾ ਕਰਦੇ ਸੀ ਤੇ ਜਿਹੜਾ ਵੀ ਸੁਣ ਲੈਂਦਾ ਸੀ ਬਸ ਉਹ ਇਹਨਾਂ ਜੋਗਾ ਹੀ ਹੋ ਜਾਂਦਾ ਸੀ। ਭਾਵ ਵੀ ਕਥਾ ਇਹਨਾਂ ਦੀ ਕੀਤੀ ਦਾ ਪ੍ਰਭਾਵ ਸੰਗਤ ਬਹੁਤ ਕਬੂਲਦੀ ਸੀ। ਮਨ ਖੋਟੇ ਪੀ ਹੋਏ ਤਬ ਖਰੇ। ਜੇ ਕੋਈ ਭੈੜੀ ਮੱਤ ਵਾਲਾ ਖੋਟੇ ਮਨ ਵਾਲਾ ਇਹਨਾਂ ਦੀ ਕਥਾ ਸੁਣ ਲੈਂਦਾ ਸੀ ਉਹਦਾ ਵੀ ਮਨ ਖਰਾ ਹੋ ਆਉਂਦਾ ਸੀ, ਪਾਪ ਛੱਡ ਕੇ ਤੇ ਸਿੱਧੇ ਰਸਤੇ ਤੁਰ ਪੈਂਦਾ ਸੀ। ਇੰਨਾ ਬਲ ਵਰਤਦਾ ਸੀ ਇਹਨਾਂ ਦੀ ਕਥਾ ਵਿੱਚ ਭਲੇ ਕਰਮ ਕਰਬੇ ਹਿਤ ਤੇ ਧਰੇ। ਸਦਾ ਚੰਗਾ ਕਰਮ ਕਰਦੇ ਸੀ। ਬੜੀ ਸੇਵਾ ਸਿਮਰਨ ਭਾਵਨਾ ਵਾਲੇ ਸਨ। ਸ਼੍ਰੀ ਮੁਖ ਤੇ ਬੋਲੇ ਬਚ ਪੂਤ। ਇਹ ਸਤਿਗੁਰਾਂ ਦੇ ਪਾਸ ਪਹੁੰਚੇ ਤੇ ਗਰੀਬ ਨਵਾਜ ਮਹਾਰਾਜ ਦੇ ਪਾਸ ਪਵਿੱਤਰ ਬੇਨਤੀ ਕੀਤੀ ਹੈ। ਜੋ ਨਰ ਕਰਹਿ ਭਲੀ ਕਰਤੂਤ। ਪਾਤਸ਼ਾਹ ਮਹਾਰਾਜ ਗਰੀਬ ਨਵਾਜ ਮਹਾਰਾਜ ਦੇ ਪਾਸ ਇਹਨਾਂ ਨੇ ਨਾ ਬੇਨਤੀ ਕੀਤੀ ਮਹਾਰਾਜ ਸਾਨੂੰ ਵੀ ਉਪਦੇਸ਼ ਬਖਸ਼ੋ। ਤੋ ਮਹਾਰਾਜ ਕਿਰਤ ਜ਼ਰੂਰ ਸਾਧ ਸੰਗਤ ਜੀ ਪੁੱਛਦੇ ਸੀ ਵੀ ਕੀ ਕੰਮ ਕਰਦੇ ਹੋ। ਆਖਿਆ ਮਹਾਰਾਜ ਤੁਹਾਡੀ ਗੁਰਬਾਣੀ ਦੀ ਕਥਾ ਕੀਰਤਨ ਕਰਦੇ ਹਾਂ। ਗਰੀਬ ਨਵਾਜ ਪਵਿੱਤਰ ਮੁਖ ਚੋਂ ਬੋਲੇ ਕਿ ਭਾਈ ਜਿਹੜਾ ਮਨੁੱਖ ਕਰਤੂਤ ਭਲੀ ਕਰਦਾ ਹੈ, ਜਿਹਦੀ ਕਰਤੂਤ ਭਲੀ ਹੈ, ਕਰਨੀ ਚੰਗੀ ਹੈ, ਚੰਗੇ ਕਰਮ ਕਰਦਾ ਹੈ, ਜਿਮ ਅਪਰਣ ਉਪਦੇਸ਼ ਉਚਾਰੇ। ਤੇ ਜਿਵੇਂ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਆਪ ਵੀ ਉਵੇਂ ਦੀ ਕਰਤੂਤ ਕਰਦਾ ਹੋਵੇ। ਵੀ ਜਿਵੇਂ ਦੂਜਿਆਂ ਨੂੰ ਕਹਿਣਾ ਤਾਂ ਸੌਖਾ ਹੈ ਨਾ, ਬਾਣੀ ਪੜ੍ਹੋ, ਆਪ ਵੀ ਉਸੇ ਤਰ੍ਹਾਂ ਦਾ ਹੀ ਹੋਵੇ ਜਿਵੇਂ ਦੀ ਕਥਾ ਕੀਰਤਨ ਕਰਦਾ ਹੋਵੇ, ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ। ਤਿਮ ਨਿਸ਼ਚੈ ਆਪਣੈ ਉਰ ਧਾਰੇ। ਤੇ ਉਸ ਤਰ੍ਹਾਂ ਆਪਣਾ ਨਿਸ਼ਚਾ ਧਾਰੇ ਵੀ ਜਿਵੇਂ ਦੂਜਿਆਂ ਨੂੰ ਉਪਦੇਸ਼ ਦਿੰਦਾ ਉਹ ਕੀਤੇ ਹੋਏ ਉਪਦੇਸ਼ ਦਾ ਆਪਦੇ ਮਨ ਤੇ ਵੀ ਪ੍ਰਭਾਵ ਰੱਖੇ, ਆਪਦਾ ਵੀ ਜੀਵਨ ਹੋਵੇ। ਤਿਨ ਕੀ ਛਾਇਆ ਸਭ ਪਰ ਜਾਏ। ਪਾਤਸ਼ਾਹ ਕਹਿੰਦੇ ਇਹੋ ਜਿਹੇ ਜਿਹੜੇ ਗੁਰਮੁਖ ਹੁੰਦੇ ਉਹਨਾਂ ਦੀ ਛਾਇਆ ਕਹੀਏ ਪ੍ਰਤਾਪ, ਉਹਨਾਂ ਦਾ ਪ੍ਰਭਾਵ ਸਰੋਤਿਆਂ ਤੇ ਜਾਂ ਸਾਰੇ ਸੰਸਾਰ ਤੇ ਪੈਂਦਾ। ਸਭ ਉਹਨਾਂ ਦਾ ਪ੍ਰਭਾਵ ਕਬੂਲਦੇ ਹਨ, ਕਹੀ ਹੋਈ ਗੱਲ ਦਾ ਅਸਰ ਹੁੰਦਾ ਹੈ। ਸੁਣਹਿ ਬਾਕ ਜੇ ਹਿਰਦੈ ਬਸਾਏ। ਜਿਹੜਾ ਕੋਈ ਬਚਨ ਉਹਨਾਂ ਦਾ ਸੁਣ ਲੈਂਦਾ ਹੈ, ਸੁਣਿਆ ਬਚਨ ਹਿਰਦੇ ਵਿੱਚ ਵਸਾ ਲੈਂਦਾ ਹੈ। ਬਹੁਤ ਤਿਨ ਕੋ ਉਧਾਰ ਸੋ ਕਰੇ। ਤੇ ਇਹੋ ਜਿਹਾ ਪੁਰਖ ਆਪ ਤਰਿਆ ਹੋਰ ਬਹੁਤਿਆਂ ਦਾ ਉਧਾਰ ਕਰ ਦਿੰਦਾ ਹੈ, ਬੜਿਆਂ ਦੀ ਕਲਿਆਣ ਹੁੰਦੀ ਹੈ। ਤਿਸ ਪਰ ਤੁਕ ਸ਼੍ਰੀ ਮੁਖਾਂ ਉਚਰੇ। ਤੇ ਗਰੀਬ ਨਵਾਜ ਮਹਾਰਾਜ ਜੀ ਇਹ ਕਹਿ ਕੇ ਤੇ ਫਿਰ ਪਾਤਸ਼ਾਹ ਨੇ ਇੱਕ ਪੰਕਤੀ ਉਚਾਰੀ ਹੈ ਵੀ ਜਿਹੜਾ ਦੂਜਿਆਂ ਨੂੰ ਉਪਦੇਸ਼ ਦੇਵੇ ਤੇ ਜੇ ਉਹਦਾ ਆਪਦਾ ਵੀ ਜੀਵਨ ਜਾਂ ਜਿਹਦਾ ਆਪਦਾ ਜੀਵਨ ਹੈ ਜਦੋਂ ਦੂਜਿਆਂ ਨੂੰ ਉਪਦੇਸ਼ ਦਿੰਦਾ ਤੇ ਉਹਦਾ ਪ੍ਰਤਾਪ ਕਿਵੇਂ ਵਰਤਦਾ, ਇਸ ਉੱਪਰ ਮਹਾਰਾਜ ਜੀ ਪੰਕਤੀ ਦ੍ਰਿਸ਼ਟਾਂਤ ਦਿੰਦੇ ਆ। ਪਹਿਲੋ ਦੇ ਜੜ ਅੰਦਰ ਜੰਮੈ ਤਾ ਉੱਪਰ ਹੋਵੇ ਛਾਉ। ਮਹਾਰਾਜ ਕਹਿੰਦੇ ਜਿਵੇਂ ਕੋਈ ਬੀਜ ਬੀਜੀਦਾ ਹੈ, ਉਹ ਰੁੱਖ ਉੱਗਦਾ ਹੈ ਪਹਿਲੋਂ ਦੇ ਜੜ ਅੰਦਰ ਜੰਮੈ। ਪਹਿਲਾਂ ਅੰਦਰ ਨੂੰ ਧਰਤੀ ਵੱਲ ਨੂੰ ਉਹਦੀ ਜੜ ਜੰਮਦੀ ਹੈ ਤੇ ਪਹਿਲਾਂ ਹੇਠਾਂ ਜਿੰਨਾ ਕੁ ਤਾਂ ਨੂੰ ਵੱਧਦਾ ਜਾਂਦਾ ਉਦੋਂ ਕਿਤੇ 1000 ਗੁਣਾ ਵੱਧ ਧਰਤੀ ਦੇ ਵਿੱਚ ਉਹਦੀ ਜੜ, ਭਾਵ ਆਪਦੇ ਅੰਦਰ ਵਾਲੇ ਪਾਸੇ ਨੂੰ ਜੜ ਹੁੰਦੀ ਹੈ। ਚੌਪਈ ਤਾਂ ਉੱਪਰ ਹੋਵੇ ਛਾਉ, ਤਾਂ ਉਹਦੀ ਛਾਂ ਉਹ ਤਾਂ ਹੁੰਦੀ ਹੈ ਵੀ ਜੇ ਰੁੱਖ ਦੀ ਜੜ ਹੀ ਨਾ ਹੋਵੇ ਤੇ ਛਾਂ ਕੀ ਕਰੇਗਾ। ਤੋ ਪਾਤਸ਼ਾਹ ਇਸੇ ਤਰ੍ਹਾਂ ਦਇਆ ਕਰਕੇ ਕਹਿੰਦੇ ਆ ਭਾਈ ਵੀ ਜਿਹੜਾ ਕੋਈ ਬਕਤਾ ਹੈ ਉਹਦੀ ਜੜ ਆਪਦੇ ਅੰਦਰ, ਭਾਵ ਜਿਹੜਾ ਸ਼ਬਦ ਹੈ, ਕੋਈ ਕਥਾ, ਕੋਈ ਵਾਰਤਾ, ਕੋਈ ਉਪਦੇਸ਼ ਹੈ, ਉਹ ਜਿੰਨੀ ਆਪਦੇ ਹਿਰਦੇ ਰੂਪੀ ਧਰਤੀ ਵਿੱਚ ਉਹਦੀ ਡੂੰਘੀ ਜੜ ਹੋਵੇਗੀ ਤੇ ਬਚਨਾਂ ਚੋਂ ਨਿਕਲੇ ਹੋਏ ਜਿਹੜੇ ਬੋਲ ਹੋਣਗੇ ਉਹ ਛਾਂ ਵਰਗੇ ਹੋਣਗੇ। ਜਿੱਡੇ ਰੁੱਖ ਦੀ ਜੜ ਵੱਡੀ ਓਡਾ ਰੁੱਖ ਵੀ ਉਤੋਂ ਵੱਡਾ ਹੁੰਦਾ ਤੇ ਜਿੱਡਾ ਰੁੱਖ ਵੱਡਾ ਉਹਦੀ ਛਾਂ ਵੀ ਦੂਰ ਤੱਕ ਹੁੰਦੀ ਹੈ। ਪਾਤਸ਼ਾਹ ਕਹਿੰਦੇ ਹਿਰਦੇ ਰੂਪੀ ਧਰਤੀ ਵਿੱਚ ਪਰਮੇਸ਼ਰ ਦੇ ਨਾਮ ਦੇ ਪ੍ਰੇਮ ਰੂਪੀ ਜਿੰਨੀ ਬਕਤੇ ਦੇ ਅੰਦਰ ਜੜ ਡੂੰਘੀ ਹੋਵੇਗੀ
ਉਹਦੇ ਜਿਹੜੀ ਕਥਾ ਦਾ, ਉਹਦੇ ਕੀਰਤਨ ਦਾ, ਉਹਦੇ ਉਪਦੇਸ਼ ਦੀ ਛਾਂ ਜਿਹੜੀ ਆ ਜਾਂ ਉਪਦੇਸ਼ ਰੂਪੀ ਬੂਟਾ ਓਨਾ ਹੀ ਵੱਡਾ ਹੋਵੇਗਾ। ਤੇ ਜਿੰਨਾ ਉਪਦੇਸ਼ ਦੇ ਰੂਪੀ ਬੂਟਾ ਵੱਡਾ ਹੋਵੇਗਾ, ਓਨੀ ਉਹਦੇ ਉਪਦੇਸ਼ ਦੀ ਛਾਇਆ ਕਹੀਏ ਪ੍ਰਤਾਪ ਹੋਵੇਗਾ। ਜਿੰਨਾ ਆਪਦੇ ਅੰਦਰ ਪਿਆਰ ਹੋਵੇਗਾ, ਓਨਾ ਹੀ ਗਾਂ ਬੋਲਣ ਦੇ ਨਾਲ ਤੇ ਸਰੋਤੇ ਦੇ ਉੱਪਰ ਪ੍ਰਤਾਪ ਵਰਤੇਗਾ। ਚੌਪਈ ਜੋ ਪੜ੍ਹ ਕਰ ਉਪਦੇਸ਼ ਬਤਾਵੈ। ਤੋ ਮਹਾਰਾਜ ਕਹਿੰਦੇ ਜਿਹੜਾ ਭਾਈ ਕੋ ਉਪਦੇਸ਼ ਕਰਦਾ ਹੈ ਨਾ, ਪੜ੍ਹ ਕੇ ਅਗਾਂਹ ਸੁਣਾਉਂਦਾ ਹੈ, ਆਪ ਨਹੀਂ ਸਭ ਕਰਮ ਕਮਾਵੈ। ਤੇ ਆਪ ਉਹ ਕਰਮ ਨਹੀਂ ਕਮਾਉਂਦਾ, ਦੂਜਿਆਂ ਨੂੰ ਉਪਦੇਸ਼ ਦੇਵੇ ਤੇ ਆਪ ਉਹਨਾਂ ਕਰਮਾਂ ਵਿੱਚ, ਉਹ ਕਥਨੀ ਵਿੱਚ ਕਰਨੀ ਕਰਕੇ ਪੂਰਾ ਨਾ ਹੋਵੇ। ਤਿਸ ਕੀ ਛਾਇਆ ਪਰ ਹੈ ਨ ਕਿਸ ਪੈ। ਮਹਾਰਾਜ ਕਹਿੰਦੇ ਉਹਦੀ ਛਾਇਆ ਨਹੀਂ ਭਾਈ ਕਿਸੇ ਤੇ ਪੈਂਦੀ, ਉਹਦਾ ਪ੍ਰਤਾਪ ਕੋਈ ਨਹੀਂ ਕਬੂਲਦਾ, ਉਹਦੀ ਕਹੀ ਹੋਈ ਗੱਲ ਦਾ ਕਿਸੇ ਦੇ ਮਨ ਤੇ ਅਸਰ ਨਹੀਂ ਹੁੰਦਾ ਹੈ। ਸ਼ਰਵਣ ਕਰੇ ਕੁਛ ਹੋਏ ਨ ਤਿਸ ਪੈ। ਜਿੰਨਾ ਮਰਜ਼ੀ ਕੋ ਉਹਦਾ ਕਿਹਾ ਹੋਇਆ ਉਪਦੇਸ਼, ਕੋ ਕਥਾ ਕੀਰਤਨ ਕਹੀ ਹੋਈ ਸੁਣੀ ਜਾਵੇ, ਉਹਦੇ ਕੀਤੇ ਹੋਏ ਕਿਸੇ ਬਚਨ ਦਾ ਕਿਸੇ ਦੇ ਹਿਰਦੇ ਤੇ ਕੋਈ ਅਸਰ ਨਹੀਂ ਹੁੰਦਾ ਹੈ। ਇਮ ਸਤਿਗੁਰ ਸੋ ਸਿੱਖ ਸਰਾਹੇ। ਤੇ ਜਿਹੋ ਜਿਹਾ ਕੋਈ ਆ ਕੇ ਸੁਣ ਲਿਆ, ਜਿਹੋ ਜਿਹਾ ਨਾ ਸੁਣੇ, ਇੱਕੋ ਹੀ ਗੱਲ ਹੁੰਦੀ ਹੈ। ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਜੀਆਂ ਉਹਨਾਂ ਸਿੱਖਾਂ ਦੀ ਸਲਾਹੁਤਾ ਕੀਤੀ ਹੈ, ਜਿਹੜੇ ਜੈਸੇ ਮੁਖ ਦੇ ਹੈ ਤੇ ਜੈਸੇ ਹਿਰਦੇ ਦੇ। ਤੋ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਦੀ ਸੋਭਾ ਕਰਦਿਆਂ ਹੋਇਆ ਇਹ ਸ਼ਬਦ ਉਚਾਰਨ ਕੀਤਾ ਕਿ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ, ਜਿੰਨੀ ਰੁੱਖ ਦੀ ਜੜ ਡੂੰਗੀ ਓਨੀ ਛਾਂ ਸੰਘਣੀ ਪਾਈ। ਤੋ ਗਰੀਬ ਨਵਾਜ ਮਹਾਰਾਜ ਜੀ ਇਸ ਤਰ੍ਹਾਂ ਸੋਭਾ ਕਰ ਰਹੇ ਹੈ। ਜਿਨ ਕੋ ਪ੍ਰੇਮ ਗੁਰੂ ਪਗ ਮਾਹੇ। ਕਵੀ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ, ਸੁਣ ਅਪਰਨ ਗੁਣ ਸਾ ਸੋਭ ਉਰ ਧਾਰੇ। ਤੋ ਉਹਨਾਂ ਦੇ ਗੁਣ ਜਿਹੜੇ ਸੁਣ ਸੁਣ ਕੇ ਹੋਰਾਂ ਨੇ ਵੀ ਆਪਦੇ ਹਿਰਦੇ ਵਿੱਚ ਧਾਰੇ ਹੁੰਦੇ ਹਨ। ਜਹਾਂ ਦਿਸ ਮਹਿ ਗੁਰ ਕੋ ਜੈਕਾਰੇ। ਤੇ ਜਾਂ ਇਹ ਜਿਹੜੇ ਖਰੇ ਸੀ ਮੁਖ ਦੇ ਤੇ ਹਿਰਦੇ ਦੇ, ਇਹਨਾਂ ਦੀ ਮਹਾਰਾਜ ਨੇ ਬੜੀ ਸੋਭਾ ਕੀਤੀ। ਭਾਈ ਸ਼ਾਬਾਸ਼, ਚੰਗੀ ਗੱਲ ਹੈ ਵੀ ਤੁਸੀਂ ਕਥਨੀ ਤੇ ਕਰਨੀ ਦੇ ਪੂਰੇ ਹੋ। ਸੁਣ ਕੇ ਸੰਗਤ ਬਹੁਤ ਖੁਸ਼ ਹੋਈ ਤੇ ਸੰਗਤਾਂ ਵੀ ਮਨ ਵਿੱਚ ਇਹ ਜਿਹਨੂੰ ਨਿਹਚਾ ਠਾਣਿਆ, ਪ੍ਰਤੱਗਿਆ ਕੀਤੀ ਵੀ ਗੁਰੂ ਕਾ ਸਿੱਖ ਹੋਇਆ ਜਿਹੜਾ ਮੂੰਹ ਦਾ ਤੇ ਹਿਰਦੇ ਦਾ ਇੱਕ ਹੋਵੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਵੀ ਜਿਨ੍ਹਾਂ ਦਾ ਮੂੰਹ ਹੋਰ ਹੈ ਤੇ ਢਿੱਡ ਹੋਰ ਹੈ। ਪਾਤਸ਼ਾਹ ਕਹਿੰਦੇ ਭਾਈ ਉਹ ਸਿੱਖ ਨਹੀਂ ਹੋ ਸਕਦਾ, ਉਹ ਕੱਚਾ ਹੈ। ਮੁਖੋਂ ਕੁਝ ਹੋਰ ਕਵੇ ਤੇ ਉਹਦੀ ਕਰਤੂਤ ਕੁਝ ਹੋਰ ਹੋਵੇ। ਤੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀਆਂ ਦੀ ਸਭ ਪਾਸੇ ਜੈ ਜੈਕਾਰ ਜੈ ਜੈਕਾਰ ਹੋ ਰਹੀ ਹੈ। ਇੱਥੇ ਸਮਾਪਤੀ। ਅਗਲਾ ਜਿਹੜਾ ਪ੍ਰਸੰਗ ਕੋਈ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਪਾਤਸ਼ਾਹ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਮ ਸਤਿਗੁਰ ਸੋ ਸਿੱਖ ਸਰਾਹੇ। ਜਿਨ ਕੋ ਪ੍ਰੇਮ ਗੁਰੂ ਪਗ ਮਾਹੇ। ਸੁਣ ਅਪਰਨ ਗੁਣ ਸ਼ੁਭ ਉਰ ਧਾਰੇ। ਚਾਹਾਂ ਦਿਸ ਮਹਿ ਗੁਰ ਕੋ ਜੈਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।